Jesus. Praise the Lord. Hallelujah. Praise the Lord. Hallelujah. ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਨਾਮ ਵਿੱਚ ਆਪ ਸਭ ਦਾ ਸਵਾਗਤ ਹੈ ਕਿ ਤੁਸੀਂ ਅੱਜ ਪ੍ਰਭੂ ਦੀ ਹਜ਼ੂਰੀ ਵਿੱਚ ਯਿਸੂ ਮਸੀਹ ਦੇ ਜਿੰਦਾ ਨਾਮ ਵਿੱਚ ਇਸ ਮਾਧਿਅਮ ਦੇ ਦੁਆਰਾ ਜੁੜੇ ਹੋਏ ਹੋ। ਜੋ ਤੁਸੀਂ ਇਸ ਮਾਧਿਅਮ ਦੇ ਦੁਆਰਾ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਜੁੜੇ ਹੋਏ ਹੋ, ਅੱਜ ਸਮੇਂ ਹੈ ਕਿ ਯਿਸੂ ਦੇ ਨਾਮ ਵਿੱਚ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਸਿੱਖੀਏ। ਪਰਮੇਸ਼ਰ ਦਾ ਆਤਮਾ ਸਾਨੂੰ ਸਿਖਾਉਂਦਾ ਹੈ, ਪਰਮੇਸ਼ਰ ਦਾ ਆਤਮਾ ਸਾਨੂੰ ਸਮਝਾਉਂਦਾ ਹੈ, ਪਰਮੇਸ਼ਰ ਦਾ ਆਤਮਾ ਸਾਡੀ ਅਗਵਾਈ ਕਰਦਾ ਹੈ, ਕਿਉਂਕਿ ਪਰਮੇਸ਼ਰ ਦਾ ਆਤਮਾ ਯਿਸੂ ਮਸੀਹ ਦੀਆਂ ਗੱਲਾਂ ਸਿਖਾਉਣ ਦੇ ਲਈ ਜ਼ਮੀਨ ਦੇ ਉੱਤੇ ਕਾਰਜਰਤ ਹੈ। ਆਓ ਅਸੀਂ ਪ੍ਰਭੂ ਦੀ ਹਜ਼ੂਰੀ 'ਚ ਪ੍ਰਾਰਥਨਾ ਕਰੀਏ ਤਾਂ ਕਿ ਪ੍ਰਭੂ ਦਾ ਆਤਮਾ ਸਾਡੀ ਸਾਰਿਆਂ ਦੇ ਸਿੱਖਣ ਵਿੱਚ ਅਗਵਾਈ ਕਰੇ। ਸਾਮਰਥੀ 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 ਪਰਮੇਸ਼ਵਰ ਯਿਸੂ ਮਸੀਹ ਦੇ ਸ਼ਕਤੀਸ਼ਾਲੀ ਨਾਮ ਵਿੱਚ ਅਸੀਂ ਸਭ ਤੇਰੀ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ। ਅਸੀਂ ਇਕਰਾਰ ਕਰਦੇ ਹਾਂ ਕਿ ਜੇ ਤੇਰਾ ਰੂਹ ਸਾਨੂੰ ਨਾ ਸਿਖਾਏ ਤਾਂ ਅਸੀਂ ਸਿੱਖ ਨਹੀਂ ਸਕਦੇ। ਜੇ ਤੇਰਾ ਰੂਹ ਸਾਡੇ ਨਾਲ ਗੱਲਾਂ ਨਾ ਕਰੇ ਤਾਂ ਖੁਦਾਵੰਦ ਅਸੀਂ ਸੁਣ ਨਹੀਂ ਸਕਦੇ। ਇਹ ਖੁਦਾਵੰਦ ਜੇ ਤੂੰ ਆਪਣਾ ਬਚਨ ਨਾ ਘੱਲੇ ਤਾਂ ਤਬਾਹੀ ਮਿਟ ਨਹੀਂ ਸਕਦੀ। ਪਰ ਤੇਰਾ ਧੰਨਵਾਦ ਆ, ਤੂੰ ਆਪਣਾ ਵਚਨ ਘੱਲਦਾ ਆ ਪ੍ਰਭੂ। ਤੇਰਾ ਵਚਨ ਪ੍ਰਭੂ ਇਹ ਖੁਦਾਵੰਦ ਸਭ ਤੋਂ ਤੇਜ਼ ਆ, ਸਭ ਤੋਂ ਦਮਦਾਰ ਆ। ਦੁਆ ਕਰਦੇ ਹਾਂ ਪ੍ਰਭੂ ਤੇਰਾ ਸ਼ਬਦ ਕਾਰਜ ਕਰੇ, ਤੇਰਾ ਸ਼ਬਦ ਕਾਰਜ ਕਰੇ। ਸਭ ਦੇ ਰੋਮ ਰੋਮ ਵਿੱਚ ਤੇਰਾ ਸ਼ਬਦ ਜਾਏ, ਰੋਮ ਰੋਮ ਦੇ ਵਿੱਚੋਂ ਪ੍ਰਭੂ ਹਰ ਅੰਧਕਾਰ ਜਾਏ ਔਰ ਤੇਰਾ ਸ਼ਬਦ ਰਾਜ ਕਰੇ ਖੁਦਾਵੰਦ, ਤੇਰਾ ਰੂਹ ਰਾਜ ਕਰੇ ਖੁਦਾਵੰਦ। ਅੱਜ ਤੂੰ ਸਿਖਾ ਪ੍ਰਭੂ, ਠੀਕ ਠੀਕ ਸਿਖਾ, 100% ਸਿਖਾ ਖੁਦਾਵੰਦ। ਅਸੀਂ ਸਭ ਪ੍ਰਭੂ ਇਹਨਾਂ ਭਾਂਡਿਆਂ ਨੂੰ ਤੇਰੇ ਅੱਗੇ ਖੋਲਦੇ ਹਾਂ ਪ੍ਰਭੂ। ਇਹਨਾਂ ਭਾਂਡਿਆਂ ਨੂੰ ਭਰਦੇ ਪ੍ਰਭੂ, ਦਬਾ ਦਬਾ ਕੇ ਭਰਦੇ ਪ੍ਰਭੂ ਤੇਰੇ ਸ਼ਬਦ ਨਾਲ, ਦਬਾ ਦਬਾ ਕੇ ਭਰਦੇ ਤੇਰੇ ਰੂਹ ਦੇ ਨਾਲ ਖੁਦਾਵੰਦ। ਪੂਰਨ ਭਰਦੇ ਪ੍ਰਭੂ। ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ। ਇਹ ਸਾਰੀਆਂ ਦੁਆ ਬੇਨਤੀਆਂ ਯਿਸੂ ਮਸੀਹ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਮੰਗਦੇ ਹਾਂ, ਆਮੀਨ। ਆਪ ਸਭ ਦਾ ਸਵਾਗਤ ਹੈ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ, ਪ੍ਰਭੂ ਦੀ ਪਵਿੱਤਰ ਹਜ਼ੂਰੀ ਦੇ ਵਿੱਚ। ਅਸੀਂ ਅੱਜ ਕੁਝ ਸਮਾਂ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਾਂਗੇ। ਬਹੁਤ ਕੁਛ ਹੈ ਜੋ ਸਾਡੀ ਜ਼ਿੰਦਗੀ 'ਚ ਵਾਪਰਦਾ ਹੈ, ਅਸੀਂ ਇੱਦਾਂ ਸੋਚਦੇ ਹਾਂ ਕਿ ਇਹ ਸਾਡੇ ਨਾਲ ਅਨੋਖਾ ਬੀਤਦਾ ਹੈ, ਪਰ ਅੱਜ ਅਸੀਂ ਕੁਝ ਸਮਾਂ ਪਰਮੇਸ਼ਰ ਦੇ ਵਚਨਾਂ ਨੂੰ ਇਸ ਵਿਸ਼ੇ ਦੇ ਉੱਤੇ ਸਿੱਖਾਂਗੇ। ਪਤਰਸ ਦੀ ਪਹਿਲੀ ਕਿਤਾਬ, ਉਸਦਾ 4ਵਾਂ ਅਧਿਆਇ, ਉਸਦਾ 12 ਵਚਨ ਜਦੋਂ ਅਸੀਂ ਪੜ੍ਹਦੇ ਹਾਂ। ਪਹਿਲਾ ਪਤਰਸ 4ਵਾਂ ਅਧਿਆਇ 12 ਵਚਨ। ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ, ਉਹਨੂੰ ਅਚਰਜ ਨਾ ਮੰਨੋ ਪਈ ਜ਼ਿਕਰ ਤੁਹਾਡੇ ਨਾਲ ਕੋਈ ਅਨੋਖੀ ਗੱਲ ਪਈ ਬੀਤਦੀ ਹੈ। ਇੱਥੇ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ, ਜੋ ਪ੍ਰਭੂ ਦੇ ਰਸੂਲ ਸੰਤ ਪਤਰਸ ਨੂੰ ਤਜਰਬਾ ਹੋਇਆ ਹੈ, ਉਸਨੇ ਇਸ ਗੱਲ ਦਾ ਵਰਣਨ ਕੀਤਾ ਹੈ ਕਿ ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ, ਤੁਸੀਂ ਉਹਨੂੰ ਅਚਰਜ ਨਾ ਮੰਨੋ, ਉਹਨੂੰ ਅਚਰਜ ਨਾ ਮੰਨੋ, ਤੁਸੀਂ ਉਹਨੂੰ ਅਚਰਜ ਨਾ ਮੰਨੋ। ਅੱਜ ਜਿਹੜੀ ਇਹ ਗੱਲ ਹੈ ਬੜੀ ਸਪਸ਼ਟ ਰੂਪ ਵਿੱਚ ਹੈ ਕਿ ਜਿਹੜੀ ਬਿਪਤਾ ਹੈ ਤੁਹਾਡੇ ਉੱਤੇ, ਸਮੱਸਿਆ ਹੈ ਤੁਹਾਡੇ ਉੱਤੇ, ਸਤਾਵ ਹੈ ਤੁਹਾਡੇ ਉੱਤੇ, ਇਹ ਇਕੱਲਾ ਤੁਹਾਡੇ ਉੱਤੇ ਨਹੀਂ ਹੈਗਾ। ਅੱਜ ਤੱਕ ਜਿੰਨੇ ਵੀ ਇਸ ਦੁਨੀਆ ਦੇ ਵਿੱਚ ਭਗਤੀ ਨਾਲ ਉਮਰ ਕੱਟ ਕੇ ਗਏ ਆ, ਉਹ ਸਾਰੇ ਸਤਾਏ ਗਏ। ਪੌਲਸ ਤਿਮੋਥੀਉਸ ਨੂੰ ਕਹਿੰਦੇ ਹਨ, ਜਿੰਨੇ ਭਗਤੀ ਨਾਲ ਉਮਰ ਕੱਟਣਾ ਚਾਹੁੰਦੇ ਹਨ ਉਹ ਸਤਾਏ ਜਾਣਗੇ। ਇਹ ਗੱਲ ਬੜੀ ਸਪਸ਼ਟ ਰੂਪ ਵਿੱਚ ਹੈ ਕਿ ਜਦੋਂ ਅਸੀਂ ਭਗਤੀ ਨਾਲ ਉਮਰ ਕੱਟਣੀ ਹੈ ਤੇ ਸਤਾਏ ਜਾਣਾ ਹੈ, ਜਦੋਂ ਪ੍ਰਭੂ ਨਾਲ ਸਿੱਧੇ ਰਿਲੇਸ਼ਨ ਵਾਲੀ ਉਮਰ ਕੱਟਣੀ ਹੈ ਤੇ ਸਤਾਏ ਜਾਣਾ ਹੈ, ਜਦੋਂ ਪ੍ਰਭੂ ਨਾਲ ਇੱਕ ਸੱਚਾ ਜੀਵਨ ਜੀਣਾ ਹੈ ਤਾਂ ਸਤਾਏ ਜਾਣਾ ਹੈ। ਔਰ ਇਸ ਤੇ ਹੈਰਾਨ ਨਾ ਹੋਵੋ, ਅੱਜ ਜਦੋਂ ਤੁਸੀਂ ਪ੍ਰਭੂ ਦੇ ਯਿਸੂ ਮਸੀਹ ਦੇ ਨਾਮ ਦੇ ਕਾਰਨ ਸਤਾਏ ਜਾਂਦੇ ਹੋ ਤੇ ਸ਼ੈਤਾਨ ਤੁਹਾਨੂੰ ਇਹ ਕਹਿੰਦਾ ਹੈ, ਤੂੰ ਯਿਸੂ ਨੂੰ ਮੰਨਦਾ ਹੈ ਫਿਰ ਵੀ ਤੇਰੀ ਇਹ ਅਵਸਥਾ ਹੈ, ਫਿਰ ਵੀ ਤੂੰ ਸਤਾਇਆ ਜਾ ਰਿਹਾ ਹੈ, ਤੈਨੂੰ ਤਾਂ ਪ੍ਰਭੂ ਬਚਾਉਂਦਾ ਹੀ ਨਹੀਂ ਹੈਗਾ, ਪ੍ਰਭੂ ਤੇਰੀ ਮਦਦ ਹੀ ਨਹੀਂ ਕਰਦਾ, ਪ੍ਰਭੂ ਤੇਰੇ ਨਾਲ ਗੁੱਸੇ ਆ। ਇਸ ਦੁਨੀਆ ਦੇ ਵਿੱਚ ਜੋ ਪ੍ਰਭੂ ਦੇ ਨਾਮ ਦੇ ਕਾਰਨ, ਸੱਚਾਈ ਦੇ ਕਾਰਨ ਸਤਾਏ ਜਾਂਦੇ ਹੋ, ਤੁਸੀਂ ਧੰਨ ਹੋ, ਮੁਬਾਰਕ ਹੋ। ਉਦੋਂ ਇਹ ਨਾ ਸਮਝੋ ਕਿ ਮੈਂ ਇਕੱਲਾ ਹੀ ਸਤਾਇਆ ਜਾ ਰਿਹਾ ਹਾਂ। ਜਿਹੜਾ ਤੁਹਾਡਾ ਵਿਰੋਧੀ ਆ, ਤੁਹਾਨੂੰ ਵੱਖ-ਵੱਖ ਸਮਿਆਂ ਦੇ ਵਿੱਚ ਆਪਣੀ ਆਵਾਜ਼ ਸੁਣਾਉਂਦਾ ਹੈ, ਪਰ ਜਦੋਂ ਤੁਹਾਨੂੰ ਵੱਖ-ਵੱਖ ਸਮਿਆਂ ਦੇ ਵਿੱਚ ਆਪਣੀ ਆਵਾਜ਼ ਸੁਣਾਉਂਦਾ ਹੈ, ਜ਼ਰੂਰੀ ਹੈ ਕਿ ਉਹਦੀ ਆਵਾਜ਼ ਦਾ ਪਿੱਛਾ ਨਾ ਕਰੋ, ਬਲਕਿ ਆਪਣੇ ਪਰਮੇਸ਼ਵਰ ਦੀ ਆਵਾਜ਼ ਦਾ ਪਿੱਛਾ ਕਰੋ, ਕਿਉਂਕਿ ਤੁਹਾਡੇ ਪਰਮੇਸ਼ਵਰ ਦੀ ਆਵਾਜ਼ ਹੀ ਠੀਕ ਆਵਾਜ਼ ਹੈ ਜਿਹਦੇ ਨਾਲ ਤੁਸੀਂ ਉਹਦੇ ਕੋਲ ਜਾ ਸਕਦੇ ਹੋ। ਇਸ ਤੋਂ ਇਲਾਵਾ 14 ਵਚਨ ਦੱਸਦਾ ਹੈ
ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ। ਇਸ ਲਈ ਜੋ ਤੇਜ ਦਾ ਅਤੇ ਪ੍ਰਕਾਸ਼ ਦਾ ਆਤਮਾ ਤੁਹਾਡੇ ਵਿੱਚ ਠਹਿਰਦਾ ਹੈ। ਪਰ ਇਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਜਾਂ ਚੋਰ ਜਾਂ ਬੁਰਿਆਰ ਜਾਂ ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲਾ ਹੋ ਕੇ ਦੁੱਖ ਪਾਵੇ। ਪਰ ਜੇ ਕੋਈ ਮਸੀਹ ਹੋਣ ਕਰਕੇ ਦੁੱਖ ਪਾਵੇ ਤਾਂ ਲজ্ਜਾਵਾਨ ਨਾ ਹੋਵੇ, ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ਰ ਦੀ ਵਡਿਆਈ ਕਰੇ। ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਯੀਸ਼ੂ ਦੇ ਨਾਮ ਦੇ ਕਾਰਨ ਬੋਲੀਆਂ ਵੱਜਦੀਆਂ ਆ, ਔਰ ਬਹੁਤ ਸਾਰਿਆਂ ਨੂੰ ਆਪਣੇ ਨਾਮ ਦੇ ਕਾਰਨ ਬੋਲੀਆਂ ਵੱਜਦੀਆਂ। ਬਹੁਤ ਸਾਰਿਆਂ ਨੂੰ ਯੀਸ਼ੂ ਦੇ ਕੰਮ ਕਰਨ ਦੇ ਬੱਟੇ 'ਚ ਬੋਲੀਆਂ ਵੱਜਦੀਆਂ ਆ, ਬੇਇੱਜ਼ਤੀ ਹੁੰਦੀ ਆ, ਤਾਨੇ ਮਿਹਣੇ ਮਿਲਦੇ ਆ, ਸਤਾਅ ਹੁੰਦਾ ਹੈ। ਔਰ ਬਹੁਤ ਸਾਰਿਆਂ ਨੂੰ ਆਪਣੇ ਗਲਤ ਕੰਮਾਂ ਦੇ ਕਾਰਨ ਬੋਲੀਆਂ ਵੱਜਦੀਆਂ, ਸਤਾਅ ਹੁੰਦਾ, ਤਾਨੇ ਮਿਹਣੇ ਮਿਲਦੇ ਆ। ਇਹ ਫਰਕ ਆ। ਜੇ ਤਾਂ ਆਪਣੇ ਗਲਤ ਕੰਮਾਂ ਦੇ ਕਾਰਨ ਤੁਸੀਂ ਸਤਾਏ ਜਾ ਰਹੇ ਆ, ਤਾਨੇ ਮਿਹਣੇ ਤੁਹਾਨੂੰ ਮਿਲ ਰਹੇ ਆ, ਫਿਰ ਕੋਈ ਫਰਕ ਨਹੀਂ ਹੈਗਾ। ਫਿਰ ਕੋਈ ਅਪਮਾਨ ਨਾ ਕਰੋ। ਅਗਰ ਅਪਮਾਨ ਕਰਨਾ ਹੈ ਤਾਂ ਇਸ ਗੱਲ ਤੇ ਅਪਮਾਨ ਕਰੋ ਕਿ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਕਾਰਨ ਸਤਾਇਆ ਜਾਂਦਾ, ਕਿਉਂਕਿ ਉਹਦੇ ਨਾਮ ਦੇ ਕਾਰਨ ਸਤਾਏ ਜਾਣਾ ਅਵਸ਼ ਹੈ। ਅਗਰ ਉਹਦੇ ਨਾਮ ਦੇ ਕਾਰਨ ਨਹੀਂ ਸਤਾਏ ਗਏ, ਸਮਝ ਲਓ ਉਹਦੇ ਨਾਲ ਤੁਹਾਡਾ ਜੋੜ ਮੇਲ ਨਹੀਂ ਹੈਗਾ। ਜਦੋਂ ਉਹਦੇ ਨਾਮ ਦੇ ਕਾਰਨ ਸਤਾਏ ਜਾਂਦੇ ਹੋ, ਸਮਝ ਲਓ ਤੁਹਾਡਾ ਉਹਦੇ ਨਾਲ ਜੋੜ ਮੇਲ ਹੈ। ਤੁਹਾਡੇ ਵਿੱਚ ਤੇਜ ਔਰ ਪ੍ਰਕਾਸ਼ ਦਾ ਆਤਮਾ ਜਦੋਂ ਠਹਿਰਨਾ ਹੈ, ਉਸ ਵਕਤ ਠੀਕ ਤੁਹਾਡਾ ਵਿਰੋਧ ਹੋਣਾ ਹੈ। ਠੀਕ ਤੁਹਾਡਾ ਵਿਰੋਧ ਹੋਣਾ ਹੈ। ਇਹ ਗੱਲ ਜਿਹੜੀ ਬੜੀ ਸਪਸ਼ਟ ਹੈ। ਜਦੋਂ ਤੁਹਾਡਾ ਵਿਰੋਧ ਹੁੰਦਾ ਹੈ, ਇਹਦਾ ਮਤਲਬ ਹੈ ਕਿ ਤੇਜ ਦਾ ਔਰ ਪਰਮੇਸ਼ਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ। ਅਗਰ ਠੀਕ ਵਿਰੋਧ ਹੁੰਦਾ ਹੈ, ਅਗਰ ਤੁਸੀਂ ਪਾਪ ਕਰ ਰਹੇ ਹੋ, ਫਿਰ ਤੁਹਾਡਾ ਵਿਰੋਧ ਹੋ ਰਿਹਾ ਹੈ। ਅਗਰ ਤੁਸੀਂ ਪਾਪ ਵਿੱਚ ਹੋ, ਠੀਕ ਪਾਪ ਵਿੱਚ ਹੋ, ਫਿਰ ਤੁਹਾਡਾ ਵਿਰੋਧ ਹੋ ਰਿਹਾ ਹੈ। ਫਿਰ ਅਪਮਾਨ ਨਾ ਕਰੋ, ਫਿਰ ਰੋਵੋ, ਫਿਰ ਵਿਲਕੋ, ਔਰ ਫਿਰ ਆਪਣੇ ਪਾਪ ਦਾ ਪਛਤਾਤਾਪ ਕਰੋ, ਔਰ ਪ੍ਰਭੂ ਦੇ ਅੱਗੇ ਆਪਣੇ ਆਪ ਦਾ ਠੀਕ ਇਕਰਾਰ ਕਰੋ। ਪ੍ਰਭੂ ਨੂੰ ਕਹੋ, ਪ੍ਰਭੂ ਮੈਂ ਠੀਕ ਨਹੀਂ ਹੈਗਾ। ਅਗਰ ਤੁਹਾਡਾ ਅੰਤःਕਰਨ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਤੁਸੀਂ ਠੀਕ ਹੋ, ਅਗਰ ਤੁਹਾਡਾ ਅੰਤःਕਰਨ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਤੁਸੀਂ ਠੀਕ ਹੋ, ਤੇ ਉਸ ਵਕਤ ਠੀਕ ਸਮਝ ਜਾਓ ਕਿ ਜੋ ਵੀ ਹੋ ਰਿਹਾ ਹੈ, ਸਤਾਵ ਹੋ ਰਿਹਾ ਹੈ, ਕਸ਼ਟ ਹੋ ਰਿਹਾ ਹੈ, ਬੇਇੱਜ਼ਤੀ ਬੇਪਤੀ ਹੋ ਰਹੀ ਹੈ, ਜੋ ਕੁਝ ਵੀ ਹੋ ਰਿਹਾ ਹੈ, ਇਹ ਸਭ ਕੁਝ ਯੀਸ਼ੂ ਦੀ ਮਹਿਮਾ ਦੇ ਲਈ ਹੈ। ਇਹਦਾ ਤੁਹਾਨੂੰ ਫਲ ਮਿਲੇਗਾ। ਇਹ ਨਾ ਸੋਚੋ ਕਿ ਤੁਹਾਡੇ ਉੱਤੇ ਅਨੋਖਾ ਹੀ ਬੀਤ ਰਿਹਾ। ਇਹ ਨਾ ਸੋਚੋ ਕਿ ਤੁਸੀਂ ਇਕੱਲੇ ਹੀ ਫਸੇ ਹੋਏ ਆ। ਇਹ ਨਾ ਸੋਚੋ ਕਿ ਤੁਸੀਂ ਇਕੱਲੇ ਹੀ ਰਹਿ ਗਏ ਆ ਇਸ ਕਸ਼ਟ ਦੇ ਵਿੱਚ। ਨਹੀਂ, ਏਲੀਆ ਨੂੰ ਭੁਲੇਖਾ ਪੈ ਗਿਆ ਸੀਗਾ ਕਿ ਮੈਂ ਇਕੱਲਾ ਹੀ ਰਹਿ ਗਿਆ, ਪਰ ਪ੍ਰਭੂ ਨੇ ਉਹਨੂੰ ਕਿਹਾ ਤੂੰ ਇਕੱਲਾ ਨਹੀਂ ਰਿਹਾ। ਅੱਜ ਬੜੀ ਸਪਸ਼ਟ ਰੂਪ ਵਿੱਚ ਗੱਲ ਹੈ ਕਿ ਅੱਜ ਵੀ ਸ਼ੈਤਾਨ ਤੁਹਾਨੂੰ ਬਹੁਤ ਸਾਰੇ ਭੁਲੇਖਿਆਂ 'ਚ ਪਾਉਂਦਾ ਹੈ, ਪਰ ਉਹਦੇ ਪਾਏ ਗਏ ਭੁਲੇਖਿਆਂ ਵਿੱਚ ਨਾ ਰਹੋ, ਬਲਕਿ ਯੀਸ਼ੂ ਦੇ ਨਾਮ ਵਿੱਚ ਠੀਕ ਉਸ ਗੱਲ ਨੂੰ ਸਮਝ ਕੇ ਚੱਲੋ ਕਿ ਅੱਜ ਮੈਂ ਯੀਸ਼ੂ ਮਸੀਹ ਦੇ ਨਾਮ ਵਿੱਚ ਆਨੰਦ ਮਨਾਉਣਾ ਹੈ, ਫਖਰ ਕਰਨਾ ਹੈ ਕਿ ਮੈਂ ਉਹਦੇ ਨਾਮ ਦੇ ਕਾਰਨ ਸਤਾਇਆ ਜਾ ਰਿਹਾ। ਅੱਜ ਤੱਕ ਜਿੰਨੇ ਉਹਦੇ ਅਭਿਸ਼ੇਕ ਵਿੱਚ ਮੱਸਾ ਵਿੱਚ ਚੱਲੇ, ਉਹ ਸਾਰੇ ਜ਼ਰੂਰ ਸਤਾਏ ਗਏ। ਅਸੀਂ ਇੱਕ ਉਦਾਹਰਣ ਜੋ ਦਾਊਦ ਦੀ ਉਦਾਹਰਣ ਹੈ ਉਹਨੂੰ ਪੜਾਂਗੇ। ਰਾਜਿਆਂ ਦੀ ਪਹਿਲੀ ਕਿਤਾਬ ਨੂੰ ਪਹਿਲੇ ਸੈਮੂਅਲ ਦੀ ਕਿਤਾਬ ਨੂੰ ਇੱਕ ਵਾਰੀ ਖੋਲਾਂਗੇ। ਪਹਿਲਾ ਸੈਮੂਅਲ। ਜਦੋਂ ਪ੍ਰਭੂ ਨੇ ਦਾਊਦ ਨੂੰ ਖੜਾ ਕੀਤਾ, ਦਾਊਦ ਨੂੰ ਮੱਸਾ ਕੀਤਾ, ਇਹ ਉਸ ਸਮੇਂ ਦੀ ਗੱਲ ਹੈ। 21 ਅਧਿਆਇ ਖੋਲਾਂਗੇ। ਪ੍ਰਭੂ ਨੇ ਦਾਊਦ ਨੂੰ ਮੱਸਾ ਕਰ ਦਿੱਤਾ। ਜਦੋਂ ਪ੍ਰਭੂ ਨੇ ਦਾਊਦ ਨੂੰ ਮੱਸਾ ਕੀਤਾ, ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ? ਹੁਣ ਸ਼ਾਉਲ ਤੇ ਅਭਿਸ਼ੇਕ ਨਹੀਂ ਰਿਹਾ। ਪ੍ਰਭੂ ਨੇ ਸ਼ਾਉਲ ਨੂੰ ਪਹਿਲਾਂ ਮੱਸਾ ਕੀਤਾ ਸੀ, ਹੁਣ ਸ਼ਾਉਲ ਦੇ ਉੱਤੇ ਰਾਜਾ ਦਾ ਅਭਿਸ਼ੇਕ ਸੀ, ਇੱਕ ਨਬੀ ਦਾ ਅਭਿਸ਼ੇਕ ਵੀ ਸੀ, ਇੱਕ ਪਰਮੇਸ਼ਰ ਦੇ ਦਾਸ ਦਾ ਅਭਿਸ਼ੇਕ ਸੀ ਉਹਦੇ ਉੱਤੇ। ਪਰ ਕੀ ਹੋਇਆ? ਉਹ ਅਭਿਸ਼ੇਕ ਉਹਦੇ ਉੱਤੇ ਨਹੀਂ ਰਿਹਾ, ਕਿਉਂਕਿ ਉਹਨੇ ਉਸ ਅਭਿਸ਼ੇਕ ਦੀ ਕਦਰ ਨਹੀਂ ਕੀਤੀ, ਉਹਨੇ ਉਸ ਅਭਿਸ਼ੇਕ ਦਾ ਆਦਰ ਨਹੀਂ ਕੀਤਾ। ਮੇਰੇ ਭੈਣ ਭਰਾ, ਜਿਹੜਾ ਪਵਿੱਤਰ ਆਤਮਾ ਦਾ ਆਦਰ ਨਹੀਂ ਕਰਦਾ, ਪਵਿੱਤਰ ਆਤਮਾ ਉਹ ਤੋਂ ਚਲਾ ਜਾਂਦਾ। ਇਸ ਤਰੀਕੇ ਨਾਲ ਹੀ ਸ਼ਾਉਲ ਨੇ ਪਵਿੱਤਰ ਆਤਮਾ ਦਾ ਆਦਰ ਨਹੀਂ ਕੀਤਾ ਔਰ ਪਵਿੱਤਰ ਆਤਮਾ ਉਹ ਤੋਂ ਚਲਾ ਗਿਆ। ਜਦੋਂ ਪਵਿੱਤਰ ਆਤਮਾ ਉਹ ਤੋਂ ਚਲਾ ਗਿਆ, ਪ੍ਰਭੂ ਨੇ ਉਹਨੂੰ ਕਿਹਾ ਕਿ ਮੈਂ ਆਪਣੇ ਮਨ ਦੇ ਅਨੁਸਾਰ ਹੀ ਬੰਦੇ ਨੂੰ ਲੱਭ ਲਿਆ, ਔਰ ਉਹ ਯੱਸੀ ਦਾ ਪੁੱਤਰ ਦਾਊਦ ਆ। ਜਦੋਂ ਦਾਊਦ ਦੇ ਉੱਤੇ ਅਭਿਸ਼ੇਕ ਆ ਗਿਆ, ਦਾਊਦ ਦੇ ਉੱਤੇ ਜੋ ਅਭਿਸ਼ੇਕ ਹੈ ਉਹ ਰਾਜਾ ਵਾਲਾ ਅਭਿਸ਼ੇਕ ਹੈ। ਜਿਹੜਾ ਦਾਊਦ ਦੇ ਉੱਤੇ ਅਭਿਸ਼ੇਕ ਸੀ, ਰਾਜਾ ਦਾ ਅਭਿਸ਼ੇਕ ਸੀ। ਰਾਜ ਅਭਿਸ਼ੇਕ ਕੀਤਾ ਗਿਆ, ਰਾਜਾ ਦਾ ਅਭਿਸ਼ੇਕ ਪ੍ਰਭੂ ਨੇ ਆਪਣੇ ਵੱਲੋਂ ਚ ਭਰ ਦਿੱਤਾ। ਉਹਦੇ ਵਿੱਚ ਨਬੀ ਦਾ ਅਭਿਸ਼ੇਕ ਆ ਗਿਆ, ਉਹਦੇ ਵਿੱਚ ਪਰਮੇਸ਼ਰ ਦੇ ਇੱਕ ਚੁਣੇ ਹੋਏ ਜਨ ਦਾ ਅਭਿਸ਼ੇਕ ਆ ਗਿਆ। ਜਦੋਂ ਹੁਣ ਪਵਿੱਤਰ ਆਤਮਾ ਉਹਦੇ ਵਿੱਚ ਆ ਗਿਆ, ਅਭਿਸ਼ੇਕ ਉਹਦੇ ਵਿੱਚ ਆ ਗਿਆ, ਹੁਣ ਕੀ ਹੋਇਆ?
ਹੁਣ ਇੱਕ ਯੁੱਧ ਹੋਇਆ। ਉਸ ਯੁੱਧ ਦੇ ਵਿੱਚ ਗਾਤੀ ਗੋਲੀਅਤ ਨਾਮ ਦਾ ਜੋ ਵੱਡਾ ਪਹਿਲਵਾਨ ਸੀ, ਜਿਹੜਾ ਦੈਂਤਾਂ ਦੇ ਵੰਸ਼ ਵਿੱਚੋਂ ਸੀ, ਉਹ ਕੀ ਹੁੰਦਾ ਆ, ਉਹ ਫਲਿਸਤੀ ਸੀ। ਉਹ ਫਲਿਸਤੀਆਂ ਦੇ ਵੱਲੋਂ ਨਿਕਲਦਾ ਸੀ ਔਰ ਇਸਰਾਇਲ ਦੇ ਲੋਕਾਂ ਨੂੰ ਚੁਣੌਤੀ ਦਿੰਦਾ ਸੀ, ਚੈਲੰਜ ਕਰਦਾ ਸੀਗਾ ਕਿ ਜਿਹੜਾ ਤੁਹਾਡੇ ਵਿੱਚੋਂ ਇੱਕ ਬੰਦਾ ਨਿਕਲੇ, ਉਹ ਮੇਰੇ ਨਾਲ ਲੜੇ, ਮੈਂ ਉਹਨਾਂ ਨਾਲ ਲੜਾਂਗਾ, ਉਹ ਮੈਨੂੰ ਮਾਰ ਲਵੇ, ਤੁਸੀਂ ਸਾਰੇ ਜਿੱਤ ਜਾਓਗੇ। ਅਗਰ ਮੈਂ ਉਹਨੂੰ ਮਾਰ ਲਿਆ, ਤੁਸੀਂ ਸਾਰੇ ਹਾਰ ਜਾਓਗੇ, ਅਸੀਂ ਜਿੱਤ ਜਾਵਾਂਗੇ। ਸਾਰੇ ਡਰ ਗਏ, ਸਾਰੇ ਡਰ ਗਏ। ਸ਼ਾਉਲ ਵੀ ਡਰ ਗਿਆ, ਅਬਨੇਰ ਵੀ ਡਰ ਗਿਆ, ਦਾਊਦ ਦੇ 3 ਭਰਾ ਵੱਡੇ ਵੱਡੇ ਉੱਚੇ ਉੱਚੇ ਜਿਹੜੇ ਉੱਥੇ ਗਏ ਹੋਏ ਆ, ਉਹ ਵੀ ਡਰ ਗਏ। ਔਰ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਮੈਂ ਇਹਨਾਂ ਲੜਾਂਗਾ। ਪਰ ਦਾਊਦ ਉਸ ਵਕਤ ਜਦੋਂ ਉੱਥੇ ਗਿਆ, ਉਹਨੇ ਦੇਖਿਆ ਕਿ ਇਹ ਤਾਂ ਗਾਲਾਂ ਕੱਢ ਰਿਹਾ ਪਰਮੇਸ਼ਰ ਦੇ ਲੋਕਾਂ ਨੂੰ। ਜਦੋਂ ਉਹਨੇ ਦੇਖਿਆ ਪਰਮੇਸ਼ਰ ਦੇ ਲੋਕਾਂ ਨੂੰ ਗਾਲਾਂ ਕੱਢ ਰਿਹਾ, ਤੇ ਉਹਨੇ ਇਹ ਗੱਲ ਕਹੀ ਕਿ ਮੈਂ ਇਹਨਾਂ ਜਾ ਕੇ ਲੜਾਂਗਾ। ਔਰ ਪ੍ਰਭੂ ਦਾ ਧੰਨਵਾਦ ਆ, ਉਹ ਗਿਆ, ਉਹਨੇ ਗੋਲੀਅਤ ਤੇ ਫਤਿਹ ਪਾ ਲਈ। ਜਦੋਂ ਗੋਲੀਅਤ ਤੇ ਫਤਿਹ ਪਾ ਲਈ, ਉਸ ਵਕਤ ਉਹਦੀ ਮਹਿਮਾ ਦਾ ਜਿਹੜਾ ਪਸਾਰਾ ਹੋ ਗਿਆ। ਲੋਕਾਂ ਨੇ ਜਾਣ ਲਿਆ ਕਿ ਇਹਦੇ ਵਿੱਚ ਅਭਿਸ਼ੇਕ ਆ। ਲੋਕਾਂ ਨੇ ਜਾਣ ਲਿਆ ਕਿ ਇਹ ਬੰਦਾ ਜਿਹੜਾ ਆ, ਇਹ ਸਾਡੇ ਦੇਸ਼ ਦਾ ਭਲਾ ਕਰਨ ਵਾਲਾ ਬੰਦਾ ਆ। ਉਹਨੇ ਜਾਣ ਲਿਆ ਔਰ ਉਹਦੀ ਮਹਿਮਾ ਔਰਤਾਂ ਨੇ ਗਾਈ ਉਸ ਵਕਤ। ਪਰ ਉਸ ਵਕਤ ਜਦੋਂ ਔਰਤਾਂ ਨੇ ਮਹਿਮਾ ਗਾਈ, ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ, ਸ਼ਾਉਲ ਦੇ ਅੰਦਰ ਵੈਰ ਆ ਗਿਆ ਕਿ ਲੋਕੀ ਤੇ ਇਹਦੀ ਪ੍ਰਸ਼ੰਸਾ ਕਰ ਰਹੇ ਆ, ਲੋਕੀ ਇਹਦੀ ਮਹਿਮਾ ਕਰ ਰਹੇ ਆ। ਜਦੋਂ ਲੋਕੀ ਇਹਦੀ ਮਹਿਮਾ ਕਰ ਰਹੇ ਆ, ਉਹਨੇ ਸੋਚਿਆ ਲੋਕ ਤਾਂ ਇਹਦੀ ਮਹਿਮਾ ਕਰਨ ਲੱਗੇ, ਮੇਰੀ ਤਾਂ ਮਹਿਮਾ ਹੀ ਖਤਮ ਹੋ ਗਈ। ਉਸ ਵਕਤ ਉਹਨੇ ਉਹਨਾਂ ਨਾਲ ਵੈਰ ਕੀਤਾ ਔਰ ਉਹਨੂੰ ਮਾਰਨ ਦੀ ਕੋਸ਼ਿਸ਼ ਵਿੱਚ ਲੱਗ ਗਿਆ ਕਿ ਮੈਂ ਦਾਊਦ ਨੂੰ ਮਾਰ ਦੇਣਾ। ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ। ਇਹ ਸਾਰਾ ਜਿਹੜਾ ਇਤਿਹਾਸ ਹੈ, ਇਸ ਪੁਸਤਕ ਦੇ ਵਿੱਚ ਵਰਣਨ ਹੈ ਕਿਸ ਤਰੀਕੇ ਨਾਲ ਉਹਨੇ ਦਾਊਦ ਨੂੰ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ, ਅਨੇਕ ਕੋਸ਼ਿਸ਼ਾਂ ਕੀਤੀਆਂ। ਔਰ ਆਖਰ ਕੀ ਹੋਇਆ, ਦਾਊਦ ਨੂੰ ਉਹ ਸਾਰਾ ਕੁਝ ਛੱਡ ਕੇ, ਆਪਣਾ ਘਰ ਪਰਿਵਾਰ ਛੱਡ ਕੇ ਔਰ ਸ਼ਾਉਲ ਦਾ ਸਾਰਾ ਕੁਝ ਛੱਡ ਕੇ ਉਹਨੂੰ ਜਾਣਾ ਪਿਆ। ਹਾਲਾਂਕਿ ਉਹਨੇ ਆਪਣੀ ਧੀ ਮੀਕਲ ਜਿਹੜੀ ਦਾਊਦ ਨਾਲ ਵਿਆਹੀ ਸੀਗੀ, ਉਹ ਵੀ ਉਹਨੂੰ ਵੀ ਛੱਡ ਕੇ ਦਾਊਦ ਨੂੰ ਜਾਣਾ ਪਿਆ। ਸਭ ਕੁਝ ਛੱਡ ਕੇ ਚਲਾ ਗਿਆ, ਆਪਣਾ ਘਰ ਪਰਿਵਾਰ, ਆਪਣਾ ਸਭ ਕੁਝ ਛੱਡ ਕੇ ਚਲਾ ਗਿਆ। ਜਦੋਂ ਹੁਣ ਚਲਾ ਗਿਆ, ਇਸ ਵਕਤ ਜਿਹੜੀ ਸਥਿਤੀ ਬਣੀ ਹੋਈ ਆ, ਜਿਹੜੀ ਸਥਿਤੀ ਬੜੀ ਕਲੀਅਰ ਰੂਪ ਵਿੱਚ ਇਹ ਬਣੀ ਆ, ਜਿਹੜੀ ਸਥਿਤੀ ਆ ਬੜੀ ਕਲੀਅਰ ਰੂਪ ਵਿੱਚ ਇਹ ਬਣੀ ਹੋਈ ਆ ਕਿ ਜਿਹੜਾ ਸ਼ਾਉਲ ਆ, ਉਹ ਦਾਊਦ ਨੂੰ ਮਾਰਨਾ ਚਾਹੁੰਦਾ, 100% ਮਾਰਨਾ ਚਾਹੁੰਦਾ। ਉਹਦੀ ਪੂਰੀ ਕੋਸ਼ਿਸ਼ ਆ ਕਿ ਮੈਂ ਦਾਊਦ ਨੂੰ ਮਾਰਨਾ। ਔਰ ਇਹ ਸਾਰਾ ਜਿਹੜਾ ਵਿਰਤਾਂਤ ਹੈ, ਇਹ ਜਦੋਂ ਇੱਥੇ ਤੱਕ ਅਸੀਂ ਪਹੁੰਚਦੇ ਹਾਂ 21 ਅਧਿਆਏ, ਉਸ ਦੇ 10ਵੇਂ ਵਚਨ ਤੋਂ 15 ਵਚਨ ਤੱਕ ਪੜਾਂਗੇ। ਪਹਿਲਾ ਸ਼ਮੂਏਲ 21 ਅਧਿਆਏ 10ਵੇਂ ਵਚਨ ਤੋਂ 15 ਵਚਨ ਤੱਕ। ਤਾਂ ਦਾਊਦ ਉੱਠਿਆ ਅਤੇ ਸ਼ਾਉਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਤ ਦੇ ਰਾਜਾ ਆਕੀਸ਼ ਦੇ ਕੋਲ ਚਲਿਆ ਗਿਆ। ਆਕੀਸ਼ ਦੇ ਟਹਿਲੂਆਂ ਨੇ ਉਹਨੂੰ ਆਖਿਆ, ਭਲਾ ਇਹ ਉਹ ਦਾਊਦ ਨਹੀਂ ਜੋ ਉਸ ਦੇਸ਼ ਦਾ ਪਾਤਸ਼ਾਹ ਹੈ, ਅਤੇ ਉਹ ਨਹੀਂ ਜਿਹਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ। ਸ਼ਾਉਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਪਰ ਦਾਊਦ ਨੇ ਆਪਣੇ ਲੱਖਾਂ ਨੂੰ। ਇਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਔਰ ਗਤ ਦੇ ਰਾਜਾ ਆਕੀਸ਼ ਵੱਲੋਂ ਬਹੁਤ ਡਰਿਆ। ਤਦ ਉਹਨੇ ਉਸ ਦੇ ਅੱਗੇ ਆਪਣੀ ਡੋਲ ਚਾਲ ਵਟਾ ਲਈ ਅਤੇ ਉਹਦੇ ਵਸ ਵਿੱਚ ਹੋਣ ਕਰਕੇ ਆਪ ਨੂੰ ਕਮਲਾ ਬਣਾਇਆ ਅਤੇ ਡਿਊਟੀ ਦੇ ਬੂਹਿਆਂ ਉੱਤੇ ਵਿਅਰਥ ਗੱਲਾਂ ਲਿਖਣ ਲੱਗਾ ਅਤੇ ਲਾਲਾਂ ਆਪਣੀ ਦਾੜੀ ਉੱਤੇ ਵਗਾਈਆਂ। ਤਦ ਆਕੀਸ਼ ਨੇ ਆਪਣੇ ਟਹਿਲੂਆਂ ਨੂੰ ਆਖਿਆ, ਲਓ ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ। ਤੁਸੀਂ ਇਹਨੂੰ ਮੇਰੇ ਕੋਲ ਕਾਹਨੂੰ ਲਿਆਏ ਹੋ? ਭਲਾ ਮੈਨੂੰ ਪਾਗਲਾਂ ਦੀ ਥੋੜ੍ਹੋਂ ਹੈ ਜੋ ਤੁਸੀਂ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਲਈ ਉਹਨੂੰ ਮੇਰੇ ਕੋਲ ਲੈ ਆਏ? ਭਲਾ ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ? ਹੁਣ ਇੱਥੇ ਵਚਨ ਦੱਸਦਾ ਹੈ ਕਿ ਦਾਊਦ ਜੋ ਹੈ ਸ਼ਾਉਲ ਤੋਂ ਪੂਰਾ ਡਰ ਗਿਆ। ਦਾਊਦ ਸ਼ਾਉਲ ਤੋਂ ਪੂਰਾ ਡਰ ਗਿਆ। ਜਦੋਂ ਦਾਊਦ ਸ਼ਾਉਲ ਤੋਂ ਪੂਰਾ ਡਰ ਗਿਆ, ਹੁਣ ਉਹਦਾ ਰਿਜ਼ਲਟ ਕੀ ਨਿਕਲਿਆ? ਉਹ ਇਜ਼ਰਾਈਲ ਤੋਂ ਭੱਜ ਗਿਆ, ਇਜ਼ਰਾਈਲ ਦੇਸ਼ ਤੋਂ ਚਲਾ ਗਿਆ ਔਰ ਗਥ ਵਿੱਚ ਚਲਾ ਗਿਆ ਔਰ ਗਥ ਦੇ ਰਾਜਾ ਆਕੀਸ਼ ਦੇ ਦੇਸ਼ ਦੇ ਵਿੱਚ ਚਲਾ ਗਿਆ। ਉੱਥੇ ਜਾ ਕੇ ਉਹਨੇ ਸ਼ਰਨ ਲਈ। ਜਦੋਂ ਸ਼ਰਨ ਲਈ, ਰਾਜਾ ਆਕੀਸ਼ ਦੇ ਟਹਿਲੂਆਂ ਨੇ ਰਾਜਾ ਆਕੀਸ਼ ਦੇ ਕੋਲ ਦਰਖਾਸਤ ਕੀਤੀ ਹੈ, ਸ਼ਿਕਾਇਤ ਕੀਤੀ ਹੈ ਦਾਊਦ ਦੀ, ਉਹਦੀ ਰਿਪੋਰਟ ਪੇਸ਼ ਕੀਤੀ ਹੈ। ਉਹਨਾਂ ਨੇ ਉਹਨੂੰ ਕਿਹਾ ਹੈ, ਇਹ ਜੋ ਬੰਦਾ ਹੈ ਇਹ ਇਜ਼ਰਾਈਲ ਦਾ ਪਾਤਸ਼ਾਹ ਹੈ। ਅੱਜ ਪ੍ਰਭੂ ਦੇ ਬੱਚਿਓ, ਇਸ ਗੱਲ ਨੂੰ ਤੁਸੀਂ ਸਮਝ ਲਓ। ਜਿਹੜਾ ਸ਼ੈਤਾਨ ਆ, ਉਹਨੂੰ ਪਤਾ ਆ ਕਿ ਕਲੀਸਿਆ ਦੇ ਅੰਦਰ ਰਾਜਾ ਦਾ ਅਭਿਸ਼ੇਕ ਆ।
ਪਰ ਜਦੋਂ ਕਲੀਸਿਆ ਇਸ ਗੱਲ ਨੂੰ ਨਹੀਂ ਸਮਝਦੀ, ਫਿਰ ਸ਼ੈਤਾਨ ਵੀ ਲਾਪਰਵਾਹ ਹੋ ਕੇ ਕਲੀਸਿਆ ਨੂੰ ਉਲਝਾਉਂਦਾ। ਇਹ ਜਿਹੜੇ ਆਕੀਸ਼ ਦੇ ਦੇਸ਼ ਦੇ ਲੋਕ ਆ, ਉਹਨਾਂ ਨੂੰ ਪਤਾ ਆ ਕਿ ਦਾਊਦ ਰਾਜਾ ਦਾ ਅਭਿਸ਼ੇਕ ਵਾਲਾ ਆ, ਰਾਜਾ ਆ। ਇਹਦੀ ਮਹਿਮਾ ਇਹਦੇ ਦੇਸ਼ ਵਿੱਚ ਇੱਕ ਰਾਜਾ ਦੇ ਸਮਾਨ ਆ। ਇਜ਼ਰਾਈਲ ਨੂੰ ਨਹੀਂ ਪਤਾ, ਸ਼ਾਉਲ ਨੂੰ ਨਹੀਂ ਪਤਾ, ਪਰ ਇਹ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਉਹਨਾਂ ਦੇ ਵਿੱਚ, ਸ਼ਾਉਲ ਦੇ ਵਿੱਚ ਕੰਮ ਕਰਨ ਵਾਲਾ ਆਤਮਾ ਹੈ, ਦੁਸ਼ਟ ਆਤਮਾ ਹੈ, ਉਹਨੂੰ ਵੀ ਪਤਾ ਹੈ। ਇਸੇ ਕਰਕੇ ਉਹ ਸ਼ਾਉਲ ਦੇ ਕੋਲੋਂ ਦਾਊਦ ਨੂੰ ਮਰਵਾ ਦੇਣਾ ਚਾਹੁੰਦਾ ਹੈ, ਮਰਵਾ ਦੇਣਾ ਚਾਹੁੰਦਾ ਹੈ ਕਿ ਰਾਜਾ ਹੀ ਮਰ ਜਾਵੇ। ਯਿਸੂ ਰਾਜਾ ਆ, ਰਾਜਿਆਂ ਦਾ ਰਾਜਾ ਆ। ਜਦੋਂ ਜ਼ਮੀਨ ਤੇ ਆਇਆ, ਉਹ ਮੌਕੇ ਦੇ ਰਾਜਿਆਂ ਨੇ ਯਿਸੂ ਨੂੰ ਮਰਵਾਉਣ ਦੇ ਲਈ ਪੂਰਾ ਢਿੱਲ ਲਾਇਆ, ਪਰ ਉਹ ਨਹੀਂ ਮਾਰ ਸਕੇ। ਅੱਜ ਕਲੀਸਿਆ ਨੂੰ ਮਾਰਨ ਲਈ ਪੂਰਾ ਢਿੱਲ ਲੱਗਿਆ ਹੋਇਆ। ਜਿੱਦਣ ਤੋਂ ਕਲੀਸਿਆ ਬਣੀਆਂ, ਉਦਣ ਤੋਂ ਕਲੀਸਿਆ ਨੂੰ ਮਾਰਨ ਦੇ ਲਈ ਹਰ ਕੋਸ਼ਿਸ਼ ਕੀਤੀ ਗਈ ਆ, ਔਰ ਅੱਜ ਵੀ ਕੀਤੀ ਜਾ ਰਹੀ ਹੈ। ਪਰ ਇਹ ਗੱਲ ਜਾਣ ਲਓ, ਤੁਹਾਡੇ ਵਿਰੋਧੀ ਨੂੰ ਪਤਾ ਆ ਕਿ ਤੁਸੀਂ ਰਾਜਕੁਮਾਰ ਹੋ, ਤੁਹਾਡੇ 'ਚ ਰਾਜਾ ਦਾ ਅਭਿਸ਼ੇਕ ਹੈ, ਔਰ ਠੀਕ ਤੁਸੀਂ ਰਾਜ ਪ੍ਰਾਪਤ ਕਰਨ ਵਾਲੇ ਹੋ, ਜਿੱਦਾਂ ਇਹਨਾਂ ਲੋਕਾਂ ਨੂੰ ਪਤਾ ਸੀ। ਔਰ ਇੱਥੇ ਜਿਹੜੀ ਗੱਲ ਹੈ, ਉਹਨਾਂ ਨੇ ਉਦਾਹਰਣ ਦਿੱਤੀ ਹੈ। ਉਹ ਕਹਿੰਦਾ ਇਹਨਾਂ ਦੀਆਂ ਜਿਹੜੀਆਂ ਔਰਤਾਂ ਆ, ਨੱਚਦੀਆਂ ਹੋਈਆਂ, ਗਾਉਂਦੀਆਂ ਇਹ ਆ ਕਿ ਸ਼ਾਉਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ ਤੇ ਦਾਊਦ ਨੇ ਲੱਖਾਂ ਨੂੰ। ਕਿ ਜਿਹੜਾ ਸ਼ਾਉਲ ਆ ਉਹ ਤਾਂ ਹਜ਼ਾਰਾਂ ਨੂੰ ਮਾਰਨ ਦੀ ਤਾਕਤ ਰੱਖਦਾ ਹੈ, ਪਰ ਦਾਊਦ ਜਿਹੜਾ ਲੱਖਾਂ ਨੂੰ ਮਾਰਨ ਦੀ ਤਾਕਤ ਰੱਖਦਾ ਹੈ। ਇੰਨੀ ਤੁਲਨਾ, ਇਹ ਤੁਲਨਾਤਮਕ ਅਧਿਐਨ ਹੈ, ਤੁਲਨਾ ਹੈ ਦੋਨਾਂ ਦੀ ਆਪੋ ਵਿੱਚ। ਔਰ ਇਹ ਜਿਹੜੀ ਗੱਲ ਹੈ, ਜਦੋਂ ਰਾਜੇ ਨੂੰ ਦੱਸੀ ਗਈ, ਆਕੀਸ਼ ਨੂੰ, ਤੇ ਉਸ ਵਕਤ ਦਾਊਦ ਨੇ ਇਹ ਸਮਝ ਲਿਆ ਕਿ ਮੈਂ ਹੁਣ ਫਸ ਗਿਆ। ਪਹਿਲਾਂ ਤਾਂ ਹੁਣ ਸ਼ਾਉਲ ਕੋਲੋਂ ਡਰਦਾ ਨੱਠ ਗਿਆ, ਫਿਰ ਹੁਣ ਆਕੀਸ਼ ਦੇ ਕੋਲੋਂ ਡਰ ਗਿਆ। ਅੱਜ ਦੇਖੋ ਮੇਰੇ ਭੈਣ ਭਰਾ ਕੀ ਹੈ, ਬਹੁਤ ਵਾਰੀ ਅਸੀਂ ਕਹਿੰਦੇ ਹਾਂ ਅਸੀਂ ਪਵਿੱਤਰ ਆਤਮਾ ਪਾਇਆ, ਅਸੀਂ ਨਹੀਂ ਡਰਦੇ, ਪਰ ਇੱਦਾਂ ਨਹੀਂ ਮੇਰੇ ਭੈਣ ਭਰਾ, ਇੱਦਾਂ ਨਹੀਂ ਹੈਗਾ, ਇੱਦਾਂ ਨਹੀਂ ਹੈਗਾ। ਬਹੁਤ ਵਾਰੀ ਅਸੀਂ ਡਰਦੇ ਹਾਂ, ਬਹੁਤ ਵਾਰੀ ਅਸੀਂ ਡਰਦੇ ਹਾਂ। ਦੇਖੋ ਇੱਕ ਜਿਹੜੀ ਗੱਲ ਹੈ, ਪ੍ਰਭੂ ਦੇ ਬੰਦੇ ਜੋ ਪ੍ਰਭੂ ਦੇ ਰਸੂਲ ਹਨ, ਉਹਨਾਂ ਦੀ ਜ਼ਿੰਦਗੀ 'ਚ ਇਹ ਵੀ ਸਮਾਇਆ ਕਿ ਉਹਨਾਂ ਨੇ ਮੌਤ ਨੂੰ ਚੈਲੰਜ ਕੀਤਾ, ਪਰ ਇਹ ਵੀ ਸਮਾਇਆ ਕਿ ਟੋਕਰਿਆਂ ਰਾਹੀਂ ਕੰਧਾਂ ਦੇ ਉੱਪਰ ਦੀ ਉਤਾਰ ਦਿੱਤੇ ਗਏ, ਔਰ ਉਹ ਅੱਖ ਮਚਾ ਕੇ ਕਿਤੇ ਨਾ ਕਿਤੇ ਨਿਕਲ ਵੀ ਗਏ। ਇਹ ਜਿਹੜੀ ਗੱਲ ਆ, ਇਹ ਸਮਝਣ ਵਾਲੀ ਹੈ। ਇਹ ਜਿਹੜੀ ਗੱਲ ਆ ਸਮਝਣ ਵਾਲੀ ਆ ਕਿ ਅਸੀਂ ਜਿੰਨੇ ਮਰਜ਼ੀ ਆਤਮਿਕ ਹੋ ਜਾਈਏ, ਆਫਟਰ ਆਲ ਅਸੀਂ ਇਨਸਾਨ ਵੀ ਹੁੰਦੇ ਹਾਂ। ਜਿੰਨੇ ਮਰਜ਼ੀ ਪ੍ਰਸਿੱਧ ਔਰ ਖਿਆਤੀ ਪ੍ਰਾਪਤ ਹੋ ਜਾਈਏ, ਆਫਟਰ ਆਲ ਅਸੀਂ ਇਨਸਾਨ ਵੀ ਹੁੰਦੇ ਹਾਂ। ਸਾਡੇ 'ਚ ਇਨਸਾਨੀ ਸੋਚ ਵੀ ਹੁੰਦੀ ਹੈ ਕਿਤੇ ਨਾ ਕਿਤੇ। ਜਦੋਂ ਅਸੀਂ ਘਿਰ ਜਾਂਦੇ ਹਾਂ, ਜਦੋਂ ਅਸੀਂ ਫਸ ਜਾਂਦੇ ਹਾਂ, ਏਲੀਆ ਕਿੰਨਾ ਮਹਾਨ ਪ੍ਰਭੂ ਦਾ ਦਾਸ ਸੀ, ਔਰ ਉਹ ਬਾਲ ਦੇ ਨਬੀਆਂ ਨੂੰ ਆਪਣੀ ਤਲਵਾਰ ਨਾਲ ਵੱਢਣ ਵਾਲਾ ਸੀ, ਪਰ ਕੀ ਹੋਇਆ? ਉਹ ਹੀ ਡਰ ਗਿਆ ਔਰ ਆਪਣੀ ਪ੍ਰਾਣਾਂ ਲਈ ਮੌਤ ਮੰਗਦਾ ਹੈ। ਉਹ ਕਹਿੰਦਾ, ਪ੍ਰਭੂ ਮੇਰੀ ਸੇਵਕਾਈ ਹੁਣ ਖਤਮ ਕਰ ਦੇ, ਮੇਰੇ ਤੋਂ ਕੁਝ ਨਹੀਂ ਹੋਣਾ ਹੈਗਾ, ਮੈਨੂੰ ਆਪਣੇ ਕੋਲ ਲੈ ਜਾ। ਹੁਣ ਜਿਹੜੀ ਇਹ ਗੱਲ ਹੈ, ਇਹ ਜਿਹੜੀ ਗੱਲ ਨੂੰ ਤੁਸੀਂ ਦੇਖੋ, ਇਹ ਤੁਸੀਂ ਗੱਲ ਨੂੰ ਦੇਖੋ। ਯਿਰਮੀਆ ਆਪਣੇ ਜਨਮ ਤੇ ਸ਼ਰਾਪ ਦੇ ਰਿਹਾ। ਉਹ ਕਹਿੰਦਾ ਮੇਰੀ ਮਾਂ ਦੀ ਕੋਖੀ ਮੇਰੀ ਕਬਰ ਬਣ ਜਾਂਦੀ, ਕਹਿੰਦਾ ਚੰਗੀ ਗੱਲ ਸੀ। ਇਹ ਕੀ ਮੈਂ ਦੁਨੀਆ ਤੇ ਦੇਖ ਰਿਹਾ ਹਾਂ, ਕੋਈ ਠੀਕ ਗੱਲ ਨਹੀਂ ਦੇਖ ਰਿਹਾ ਹੈਗਾ। ਅੱਜ ਮੇਰੇ ਭੈਣ ਭਰਾ, ਪਰਮੇਸ਼ਰ ਦਾ ਦਾਸ ਪੌਲਸ ਕਹਿੰਦਾ, ਪਰਮੇਸ਼ਰ ਨੇ ਸਾਨੂੰ ਸਭਨਾਂ ਤੋਂ ਸ਼ੇਕਲੇ ਕਰਕੇ ਕਤਲ ਹੋਣ ਵਾਲਿਆਂ ਵਰਗੇ ਜ਼ਾਹਰ ਕੀਤਾ, ਦੁਨੀਆ 'ਚ ਖੜੇ ਕੀਤਾ, ਪ੍ਰਗਟ ਕੀਤਾ। ਇਹ ਨੋਰਮਲ ਗੱਲ ਨਹੀਂ ਹੈਗੀ। ਉਹ ਕਹਿੰਦਾ ਮਾਰੇ ਮਾਰੇ ਫਿਰਦੇ ਸੀ ਅਸੀਂ। ਮੇਰੇ ਭੈਣ ਭਰਾ, ਇਹ ਨੋਰਮਲ ਗੱਲ ਨਹੀਂ ਹੈਗੀ। ਅੱਜ ਜੇ ਕੋਈ ਕਹੇ ਮੈਂ ਨਹੀਂ ਡਰਦਾ, ਇਹ ਉਹਦਾ ਘਮੰਡ ਹੋ ਸਕਦਾ ਹੈ, ਪਰ ਹਕੀਕਤ ਇਹ ਆ, ਸਮਾਂ ਆ ਜਾਂਦਾ ਜਦੋਂ ਡਰ ਜਾਂਦਾ ਬੰਦਾ। ਔਰ ਇਹ ਜਿਹੜਾ ਪਰਮੇਸ਼ਰ ਦਾ ਬੰਦਾ ਦਾਊਦ ਆ, ਇਹ ਗੋਲੀਅਤ ਨਾਲ ਲੜਨ ਦੇ ਲਈ ਖੜਾ ਹੋ ਗਿਆ, ਔਰ ਇੰਨਾ ਮਹਾਨ ਵੱਡਾ ਬੰਦਾ, ਉਹ ਯੋਧਾ, ਉਹ ਤੇ ਜਿੱਤ ਗਿਆ, ਪਰ ਸ਼ਾਉਲ ਤੋਂ ਡਰ ਕੇ ਭੱਜ ਗਿਆ। ਔਰ ਅੱਜ ਆਕੀਸ਼ ਦੇ ਪੱਲੇ ਪੈ ਗਿਆ। ਇੱਥੇ ਲਿਖਿਆ ਆਕੀਸ਼ ਦੇ ਵਸ ਵਿੱਚ ਪਿਆ ਹੋਇਆ ਸੀਗਾ ਉਹ, ਕਿਉਂਕਿ ਉਹਦੇ ਰਾਜ ਵਿੱਚ ਸੀਗਾ। ਉਹਨੂੰ ਰਾਉਂਡ ਅਪ ਕਰ ਦਿੱਤਾ ਗਿਆ ਸੀਗਾ, ਘੇਰਾਬੰਦੀ ਹੋ ਚੁੱਕੀ ਸੀ ਉਹਦੀ, ਕਿਉਂਕਿ ਉਹਦੀ ਕੰਪਲੇਂਟ ਬੜੀ ਸਖਤ ਰੂਪ ਵਿੱਚ ਹੋਈ ਸੀ ਕਿ ਪਾਤਸ਼ਾਹ ਆ। ਹੁਣ ਜਿਹੜੀ ਇਹ ਗੱਲ ਆ, ਇਹ ਗੱਲ ਬੜੀ ਸਪਸ਼ਟ ਰੂਪ ਵਿੱਚ ਏਦਾਂ ਆ ਕਿ ਜਿਹੜਾ ਦਾਊਦ ਆ, ਉਹਨੇ ਦੇਖਿਆ ਮੈਂ ਘਿਰ ਗਿਆ ਆ, ਔਰ ਉਹਨੇ ਕੀ ਕੀਤਾ? ਉਹਨੇ ਆਪਣੀ ਡੋਲ ਚਾਲ ਬਦਲ ਲਈ। ਉਹਨੇ ਆਪਣੇ ਆਪ ਨੂੰ ਪਾਗਲ ਬਣਾ ਲਿਆ। ਉਹਨੇ ਆਪਣੇ ਆਪ ਨੂੰ ਪਾਗਲ ਬਣਾ ਲਿਆ। ਉਹਨੇ ਆਪਣੇ ਆਪ ਨੂੰ ਸਦਾਈ ਬਣਾ ਲਿਆ। ਉਹ ਦੀਵਾਰਾਂ ਤੇ ਉਦਾਂ ਹੀ ਕੁਝ ਲਿਖਣ ਲੱਗਿਆ, ਉਹ ਦੂਸਰੇ ਕੰਧਾਂ ਤੇ, ਉਹ ਦੂਸਰੇ ਦਰਵਾਜ਼ਿਆਂ ਤੇ ਲਿਖਣ ਲੱਗਿਆ। ਉਦਾਂ ਹੀ ਉਟ ਪਟੰਗ ਲਿਖੀ ਜਾਂਦਾ ਹੈ, ਜਿੱਦਾਂ ਸਦਾਈ ਲਿਖਦੇ ਹੁੰਦੇ ਆ। ਲਾਲਾਂ ਜਿਹੜੀਆਂ ਦਾੜੀ ਤੇ ਚਵਾ ਲਈਆਂ। ਸਾਡੀ ਜ਼ੁਬਾਨ ਤੋਂ, ਸਾਡੀ
ਜਿਹੜੀ ਜ਼ੁਬਾਨ ਆ, ਜੀਭ ਆ, 'ਚੋਂ ਲਾਰ ਨਿਕਲਦੀ ਹੈ, ਉਹ ਅਸੀਂ ਸਮਝਦਾਰ ਬੰਦੇ ਸਾਰੇ ਉਹ ਲਾਰ ਨੂੰ ਅੰਦਰ ਲੈ ਜਾਂਦੇ ਆ, ਉਹਦੇ ਵਿੱਚ ਇੰਜ਼ਾਈਮਸ ਨਿਕਲਦੇ ਹੁੰਦੇ ਆ। ਪਰ ਹੁਣ ਕੀ ਹੈਗਾ, ਜਿਹੜੇ ਨਹੀਂ ਇਸ ਗੱਲ ਨੂੰ ਸਮਝਦੇ ਹੈਗੇ, ਉਹ ਮੂੰਹ ਅੱਡ ਕੇ ਰੱਖਦੇ, ਜੀਭ ਬਾਹਰ ਕੱਢ ਕੇ ਰੱਖਦੇ, ਉਹਦੇ ਲਾਰਾਂ ਬਾਹਰ ਨਿਕਲਦੀਆਂ ਰਹਿੰਦੀਆਂ। ਇਸ ਤਰੀਕੇ ਨਾਲ ਹੀ ਦਾਊਦ ਦੇਖਣ ਨੂੰ ਪਾਗਲ ਲੱਗਦਾ ਸੀਗਾ। ਕੋਈ ਵੀ ਦੇਖੂਗਾ ਕਹੂਗਾ ਇਹ ਤਾਂ ਪਾਗਲ ਬੰਦਾ ਹੈ, ਕੋਈ ਵੀ ਦੇਖੂਗਾ ਉਹ ਕਹੂਗਾ ਇਹ ਤਾਂ ਪਾਗਲ ਬੰਦਾ ਹੈ। ਉਹ ਇਦਾਂ ਦਾ ਬਣ ਗਿਆ, ਜਾਣਬੁੱਝ ਕੇ ਇਦਾਂ ਦਾ ਬਣ ਗਿਆ ਕਿ ਉਹ ਲੋਕੀ ਕਹਿਣ ਇਹ ਪਾਗਲ ਹੈ। ਮੇਰੇ ਭੈਣ ਭਰਾਓ, ਇਸ ਗੱਲ ਨੂੰ ਸਮਝ ਲਓ, ਇਸ ਗੱਲ ਨੂੰ ਸਮਝ ਲਓ। ਇਹ ਕੀ ਹੈ? ਇੱਕ ਮਸਾ ਕੀਤਾ ਹੋਇਆ ਵਿਅਕਤੀ, ਜਿਹੜਾ ਰਾਜਾ ਬਣਾਇਆ, ਮਸਾ ਕੀਤਾ ਗਿਆ ਹੈ, ਰਾਜ ਸਿੰਘਾਸਨ ਤੇ ਕੋਈ ਹੋਰ ਬੈਠਾ ਹੈ, ਉਹ ਸ਼ਾਉਲ ਹੈ। ਪਰ ਜਿਹਦਾ ਅਭਿਸ਼ੇਕ ਰਾਜਾ ਦੇ ਹੈਸੀਅਤ ਨਾਲ ਹੋ ਚੁੱਕਾ ਹੈ, ਉਹ ਕੀ ਹੈ? ਉਹ ਦਰ ਭਟਕ ਰਿਹਾ ਹੈ, ਦਰ ਭਟਕ ਰਿਹਾ ਹੈ। ਔਰ ਇੱਥੇ ਉਹਦੀ ਕੰਪਲੇਂਟ ਹੋਈ ਹੈ, ਇੱਥੇ ਉਹਦੀ ਕੰਪਲੇਂਟ ਹੋਈ ਹੈ, ਕਿਉਂਕਿ ਅਹੀਮੇਲਕ ਜਾਜਕ ਦੇ ਕੋਲ ਗਿਆ ਹੈ ਨੋਬ ਦੇ ਵਿੱਚ, ਔਰ ਉਹਨੇ ਉੱਥੋਂ ਚੜਾਵੇ ਦੀਆਂ ਰੋਟੀਆਂ ਜਾਜਕਾਂ ਵਾਲੀਆਂ ਲੈ ਲਈਆਂ ਹਨ, ਔਰ ਇੱਥੇ ਜਿਹੜੀ ਉਹਨੇ ਤਲਵਾਰ ਹੈ ਗਾਦੀ ਗੋਲੀਅਤ ਦੀ ਲੈ ਲਈ ਹੈ। ਔਰ ਇੱਥੇ ਕੀ ਉਹਦੀ ਕੰਪਲੇਂਟ ਹੋ ਗਈ ਹੈ, ਦੋਗੀ ਨੇ ਉਹਦੀ ਕੰਪਲੇਂਟ ਕਰ ਦਿੱਤੀ ਹੈ, ਔਰ ਇਸ ਕਰਕੇ ਬੜੀ ਮਜ਼ਬੂਤੀ ਨਾਲ ਸ਼ਾਉਲ ਉਹਦੇ ਖਿਲਾਫ ਆਇਆ ਹੈ। ਅੱਜ ਪ੍ਰਭੂ ਦੇ ਬੱਚਿਓ ਦੇਖੋ, ਇੱਕ ਸਮੇਂ ਉਹ ਕਹਿੰਦਾ ਹੈ ਅਸੀਂ ਜਾਜਕਾਂ ਦੀਆਂ ਰੋਟੀਆਂ ਖਾ ਸਕਦੇ ਹਾਂ, ਕਿਉਂਕਿ ਉਹਨੂੰ ਪਤਾ ਹੈ ਮੇਰੇ ਵਿੱਚ ਕੀ ਹੈ, ਉਹਨੂੰ ਪਤਾ ਹੈ ਮੈਂ ਕੀ ਹਾਂ, ਪਰ ਫਸ ਗਿਆ। ਅੱਜ ਮੇਰੇ ਭੈਣ ਭਰਾ ਇਸ ਗੱਲ ਨੂੰ ਸਮਝ ਜਾਓ, ਅੱਜ ਕਲੀਸਿਆ ਮਾਰਾ ਫਿਰ ਰਹੀ ਹੈ। ਬਹੁਤ ਸਾਰੇ ਲੋਕਾਂ ਕੋਲ ਜ਼ਮੀਨ ਤੇ ਆਪਣਾ ਰਹਿਣ ਵਾਸਤੇ ਘਰ ਨਹੀਂ ਹੈਗਾ, ਬਹੁਤ ਸਾਰੇ ਰੈਂਟ ਤੇ ਰਹਿ ਰਹੇ ਹਨ, ਔਰ ਬਹੁਤ ਸਾਰੇ ਝੁੱਗੀ ਚੌਂਪੜੀ ਵਿੱਚ ਆਪਣਾ ਟਾਈਮ ਪਾਸ ਕਰ ਰਹੇ ਹਨ, ਕਈ ਫੁੱਟਪਾਥ ਤੇ ਹਨ। ਪਰ ਉਹ ਪ੍ਰਭੂ ਦਾ ਨਾਮ ਜਪਣ ਵਾਲੇ, ਪ੍ਰਭੂ ਤੇ ਵਿਸ਼ਵਾਸ ਰੱਖਣ ਵਾਲੇ, ਮਸੀਹ ਯੀਸ਼ੂ ਤੇ ਠੀਕ ਵਿਸ਼ਵਾਸ ਕਰਨ ਵਾਲੇ ਆ, ਪਰ ਉਹਨਾਂ ਕੋਲ ਆਪਣਾ ਘਰ ਨਹੀਂ ਹੈਗਾ। ਬਹੁਤ ਸਾਰੇ ਲੋਕੀ ਕਹਿੰਦੇ ਆ ਤੈਨੂੰ ਕੀ ਦਿੱਤਾ ਤੇਰੇ ਯੀਸ਼ੂ ਨੇ, ਤੇਰੇ ਕੋਲ ਤਾਂ ਘਰ ਵੀ ਨਹੀਂ ਹੈਗਾ। ਕਈਆਂ ਕੋ ਬਹੁਤ ਛੋਟਾ ਘਰ ਆ, ਇਹ ਲੱਗਦਾ ਇਹ ਕੀ ਆ। ਮੇਰੇ ਭੈਣ ਭਰਾਓ, ਇਸ ਗੱਲ ਨੂੰ ਸਮਝ ਜਾਓ, ਇਸ ਗੱਲ ਨੂੰ ਸਮਝੋ। ਮਸੀਹ ਹੋਣ ਦਾ ਅਰਥ ਇਹ ਨਹੀਂ ਹੈਗਾ ਕਿ ਮੇਰੇ ਕੋਲ ਆਲੀਸ਼ਾਨ ਬੰਗਲਾ ਹੋਊਗਾ। ਮਸੀਹ ਹੋਣ ਦਾ ਅਰਥ ਇਹ ਨਹੀਂ ਹੈਗਾ ਮੇਰੇ ਕੋਲ ਲਗਜ਼ਰੀ ਕਾਰ ਹੋਊਗੀ। ਮਸੀਹ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਮੇਰੇ ਕੋਲ ਦੁਨੀਆ ਦਾ ਐਸ਼ੋ ਆਰਾਮ ਹੋਊਗਾ। ਮਸੀਹ ਹੋਣ ਦਾ ਮਤਲਬ ਇਹ ਨਹੀਂ ਹੈਗਾ। ਮਸੀਹ ਹੋਣ ਦਾ ਮਤਲਬ ਇਹ ਆ ਕਿ ਮੈਂ ਆਪਣੇ ਮਸੀਹ ਨਾਲ ਜੁੜਿਆ ਹੋਇਆ ਹਾਂ। ਸਾਨੂੰ ਉਹ ਪਰਮੇਸ਼ਰ ਦਾ ਪਰਮ ਧਾਮ ਮਿਲਣ ਤੋਂ ਪਹਿਲਾਂ, ਉਹ ਸਵਰਗ ਮਿਲਣ ਤੋਂ ਪਹਿਲਾਂ ਇੱਕ ਪਰਖ ਸਾਡੀ, ਇੱਕ ਅਜਮਾਇਸ਼ ਹੈ ਸਾਡੀ ਕਿ ਅਸੀਂ ਪ੍ਰਭੂ ਨੂੰ ਪਿਆਰ ਕਰਦੇ ਹਾਂ ਜੋ ਦੁਨੀਆ ਦੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਾਂ। ਦਾਊਦ ਰਾਜਾ ਨਹੀਂ ਬਣਿਆ, ਦਾਊਦ ਤੇ ਰਾਜਾ ਦਾ ਅਭਿਸ਼ੇਕ ਸੀ, ਉਹ ਰਾਜਾ ਨਹੀਂ ਬਣਿਆ, ਪਰ ਫਿਰ ਵੀ ਉਹ ਕੀ ਕਰ ਰਿਹਾ ਹੈ? ਉਹ ਆਪਣੇ ਪ੍ਰਭੂ ਦੇ ਲਈ ਦੁੱਖ ਉਠਾ ਰਿਹਾ ਹੈ, ਆਪਣੇ ਪ੍ਰਭੂ ਦੇ ਵਿੱਚ ਠੀਕ ਖਰਾ ਹੁੰਦੇ ਹੋਏ ਵੀ ਦੁੱਖ ਉਠਾ ਰਿਹਾ ਹੈ। ਦਾਊਦ ਦੇ ਦੁੱਖ ਉਹਦੇ ਅਭਿਸ਼ੇਕ ਦੇ ਕਾਰਨ ਹਨ, ਦਾਊਦ ਦੇ ਦੁੱਖ ਉਹਦੇ ਵਿੱਚ ਪਾਏ ਜਾਣ ਵਾਲੇ ਮਸਾ ਦੇ ਕਾਰਨ ਹਨ, ਕਿਉਂਕਿ ਸੰਸਾਰ ਵਿੱਚ ਇੱਕ ਅਭਿਸ਼ੇਕ ਕੰਮ ਕਰਦਾ ਹੈ ਜਿਹੜਾ ਕਿ ਪਾਪ ਦਾ ਅਭਿਸ਼ੇਕ ਹੈ, ਸ਼ੈਤਾਨ ਦਾ ਅਭਿਸ਼ੇਕ ਹੈ, ਕਾਲ ਦਾ ਅਭਿਸ਼ੇਕ ਹੈ, ਔਰ ਇੱਕ ਪਵਿੱਤਰ ਆਤਮਾ ਹੈ ਜਿਹੜਾ ਉਹਦੇ ਚੁਣਿਆ ਹੋਇਆਂ ਵਿੱਚ ਕੰਮ ਕਰਦਾ ਹੈ। ਔਰ ਪਵਿੱਤਰ ਆਤਮਾ ਪਾਏ ਹੋਏ ਲੋਕਾਂ ਦੀ, ਪ੍ਰਭੂ ਦੇ ਲੋਕਾਂ ਦੀ ਇਸ ਦੁਨੀਆ ਵਿੱਚ ਕੰਮ ਕਰਨ ਵਾਲਾ ਜੋ ਗਲਤ ਅਭਿਸ਼ੇਕ ਹੈ ਉਹ ਵਿਰੋਧਤਾ ਕਰਦਾ ਹੈ, ਠੀਕ ਵਿਰੋਧਤਾ ਕਰਦਾ। ਔਰ ਇਸ ਵਿਰੋਧਤਾ ਨੂੰ ਦਾਊਦ ਚੱਲ ਰਿਹਾ ਹੈ, ਔਰ ਉਹ ਬਸ ਪੈ ਗਿਆ ਹੈ ਉਹਦੇ, ਉਸ ਕਰਕੇ ਉਹ ਇਸ ਤਰ੍ਹਾਂ ਹੋ ਗਿਆ ਹੈ। ਅੱਜ ਮੇਰੇ ਭੈਣ ਭਰਾ, ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਸਦਾਈ ਆ, ਸਦਾਈ ਹੈ, ਸਦਾਈ। ਮਸੀਹ ਲੋਕਾਂ ਨੂੰ ਸਦਾਈ ਕਹਿੰਦੇ। ਜਦੋਂ ਪ੍ਰਭੂ ਦੇ ਦਾਸਾਂ ਨੇ ਜਾਸੋਨ ਦੇ ਘਰ ਵਿੱਚ ਸ਼ਰਨ ਲਈ, ਜਦੋਂ ਪ੍ਰਭੂ ਦੇ ਦਾਸਾਂ ਨੇ ਜਾਸੋਨ ਦੇ ਘਰ ਵਿੱਚ ਸ਼ਰਨ ਲੈ ਲਈ, ਉਹ ਕਹਿੰਦੇ ਜਿਨ੍ਹਾਂ ਨੇ ਦੁਨੀਆ ਨੂੰ ਉਲਟ ਕਰ ਦਿੱਤਾ ਆ, ਉਹ ਇੱਥੇ ਆਇਆ ਔਰ ਉਹ ਜਾਸੋਨ ਨੇ ਉਹਨਾਂ ਨੂੰ ਆਪਣੇ ਘਰ ਉਤਾਰਿਆ। ਉਹ ਕਹਿੰਦੇ ਜਿਨ੍ਹਾਂ ਨੇ ਦੁਨੀਆ ਨੂੰ ਉਲਟ ਕਰ ਦਿੱਤਾ ਉਹ ਇੱਥੇ ਵੀ ਆ ਗਏ ਆ, ਉਹਨਾਂ ਨੂੰ ਜਾਸੋਨ ਨੇ ਆਪਣੇ ਘਰ ਉਤਾਰਿਆ, ਉਹਦੇ ਘਰ ਤੇ ਹਮਲਾ ਕੀਤਾ ਗਿਆ, ਉਹਦੇ ਘਰੋਂ ਪ੍ਰਭੂ ਦੇ ਦਾਸ ਨਹੀਂ ਉਪਲਬਧ ਹੋ ਸਕੇ, ਨਹੀਂ ਬਰਾਮਦ ਹੋ ਸਕੇ, ਉਹਨੂੰ ਬਾਹਰ ਖਿੱਚ ਕੇ ਲੈ ਆਂਦਾ। ਅੱਜ ਮੇਰੇ ਭੈਣ ਭਰਾਓ, ਇਸ ਗੱਲ ਨੂੰ ਦੇਖੋ, ਜਾਸੋਨ ਦਾ ਕੀ ਪਾਪ ਆ ਕਿ ਉਹਨੇ ਪਰਮੇਸ਼ਰ ਦੇ ਦਾਸਾਂ ਨੂੰ ਘਰ ਉਤਾਰਿਆ। ਪਰਮੇਸ਼ਰ ਦੇ ਦਾਸ ਕੋਈ ਹਥਿਆਰਬੰਦ ਜਥੇਬੰਦੀ ਤਾਂ ਨਹੀਂ ਸੀ ਚਲਾ ਰਹੇ, ਕੋਈ ਹਿੰਸਕ ਕਾਰਵਾਈਆਂ ਤਾਂ ਨਹੀਂ ਸੀ ਕਰ ਰਹੇ, ਬਸ ਲੋਕਾਂ ਨੂੰ ਸੱਚਾਈ ਦਾ ਉਪਦੇਸ਼ ਦੱਸਦੇ ਸੀ। ਪਰ ਉਹ ਵੀ ਹਜ਼ਮ ਨਹੀਂ ਸੀ। ਉਹ ਵੀ ਹਜ਼ਮ ਕਿਉਂ ਨਹੀਂ ਸੀ? ਕਿਉਂਕਿ ਦੁਨੀਆ ਵਿੱਚ ਕੰਮ ਕਰਨ ਵਾਲਾ ਜਿਹੜਾ ਗਲਤ ਅਭਿਸ਼ੇਕ ਆ ਉਹ ਉਹਨਾਂ ਦਾ ਵਿਰੋਧ ਕਰ ਰਿਹਾ ਸੀ। ਇਸ ਲਈ ਦਾਊਦ ਨੂੰ ਦੇਖੋ, ਉਹਨੇ ਇਸ ਵਕਤ ਬੁੱਧੀਮਾਨੀ ਵਰਤੀ ਹੈ, ਉਹ ਸਦਾਈ ਬਣ ਗਿਆ ਔਰ ਲੋਕਾਂ ਨੇ ਉਹਨੂੰ ਸਦਾਈ ਕਿਹਾ। ਕੱਲੇ ਰਾਜਾ ਅਕੀਸ਼ ਨੇ ਉਹਨੂੰ ਸਦਾਈ ਨਹੀਂ ਕਿਹਾ ਹੋਊਗਾ, ਬਹੁਤ ਸਾਰੇ ਲੋਕਾਂ ਨੇ ਦੇਖਿਆ, ਉਹਨਾਂ ਲੋਕਾਂ ਨੇ ਉਹਦਾ ਉਪਹਾਸ ਕੀਤਾ ਹੋਊਗਾ, ਉਹਦੀ ਬੇਇੱਜ਼ਤੀ ਕੀਤੀ ਹੋਊਗੀ, ਉਹਦਾ ਠੱਠਾ ਕੀਤਾ ਹੋਊਗਾ, ਔਰ ਕਿਆ ਹੋਊਗਾ? ਦੇਖੋ ਸਦਾਈ ਬੰਦਾ।
ਲੋਕਾਂ ਨੇ ਕਹੋ ਜਾ ਭੱਜ ਜਾ ਸਦਾਈਆ, ਤੂੰ ਇੱਥੇ ਹੀ ਕਰਦਾ ਹੈ, ਪਾਗਲਾ ਜਾ ਭੱਜ ਜਾ, ਤੂੰ ਇੱਥੇ ਹੀ ਕਰਦਾ ਹੈ। ਔਰ ਉਹ ਬੰਦਾ ਜਿਹੜਾ ਅਭਿਸ਼ਿਕਤ ਆ, ਉਹ ਇਹ ਸ਼ਬਦ ਸੁਣ ਕੇ ਉਥੋਂ ਬਾਹਰ ਆ ਗਿਆ। ਪ੍ਰਭੂ ਦੀ ਸਤੁਤੀ ਹੋਵੇ, ਪ੍ਰਭੂ ਦੀ ਸਤੁਤੀ ਹੋਵੇ। ਉਹ ਕਹਿੰਦਾ ਮੈਨੂੰ ਪਾਗਲਾਂ ਦੀ ਕਮੀ ਹੈ, ਇੱਥੇ ਇਹ ਬੰਦਾ ਨਹੀਂ ਰਹਿ ਸਕਦਾ। ਅੱਜ ਮੇਰੇ ਭੈਣ ਭਰਾ ਸੁਣੋ, ਇਸ ਗੱਲ ਨੂੰ ਸਮਝੋ, ਸੁਣੋ, ਇਸ ਗੱਲ ਨੂੰ ਸਮਝੋ। ਇੱਕ ਮਸਾ ਕੀਤਾ ਹੋਇਆ ਵਿਅਕਤੀ, ਉਹਦੇ ਨਾਲ ਇਹ ਵਿਵਹਾਰ ਹੋ ਰਿਹਾ। ਔਰ ਅੱਜ ਜਦੋਂ ਤੇਰੇ ਔਰ ਮੇਰੇ ਨਾਲ ਇਹ ਵਿਵਹਾਰ ਹੁੰਦਾ ਆ, ਅਸੀਂ ਕਹਿੰਦੇ ਆ ਤੂੰ ਕੌਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ? ਅਸੀਂ ਕਹਿੰਦੇ ਤੇਰੀ ਕੀ ਹਸਤੀ ਹੈ, ਤੂੰ ਮੈਨੂੰ ਇਹ ਗੱਲ ਕਹਿ ਦੇਵੇਂ? ਮੇਰੇ ਭੈਣ ਭਰਾ ਨਹੀਂ, ਪਲੀਜ਼ ਇਸ ਗੱਲ ਨੂੰ ਸਮਝ ਜਾਓ, ਪਲੀਜ਼ ਇਸ ਗੱਲ ਨੂੰ ਸਮਝ ਜਾਓ ਕਿ ਅਗਰ ਅਸੀਂ ਇਸ ਦੁਨੀਆ ਦੇ ਵਿੱਚ ਦੁੱਖ ਉਠਾ ਰਹੇ ਹਾਂ ਤੇ ਪਰਮੇਸ਼ਵਰ ਸਾਨੂੰ ਬਣਾ ਰਿਹਾ ਹੈ ਕੁਛ। ਪਰਮੇਸ਼ਵਰ ਸਾਨੂੰ ਬਣਾ ਰਿਹਾ ਆ, ਕਿਉਂਕਿ ਸਾਡਾ ਸਹੀ ਕੁਮਹਾਰ ਸਾਡਾ ਪ੍ਰਭੂ ਯੀਸ਼ੂ ਮਸੀਹ ਹੈ। ਉਹ ਸਾਨੂੰ ਬਣਾ ਰਿਹਾ ਆ। ਅਸੀਂ ਜਿਹੜੇ ਨਾਰਮਲ ਬੰਦੇ ਆ, ਅਸੀਂ ਸ਼ੈਤਾਨ ਦੇ ਸੁਭਾਅ ਨਾਲ ਭਰੇ ਹੋਏ। ਸਾਡੇ 'ਚ ਉਹਦੇ ਵਾਲਾ ਬੀਜ ਪਾਇਆ ਗਿਆ, ਉਹਦੇ ਵਾਲਾ ਪਾਪ ਵਾਲਾ ਬੀਜ ਪਾਇਆ ਗਿਆ, ਸਾਡੇ 'ਚ ਉਹਦਾ ਸੁਭਾਅ ਪਾਇਆ ਗਿਆ। ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਹਾਂ, ਅਸੀਂ ਉਹਦੇ ਸੁਭਾਅ ਵਿੱਚ ਵੱਡੇ ਹੁੰਦੇ ਹਾਂ, ਉਹਦੇ ਸਾਮਾਨ ਵਿੱਚ ਵੱਡੇ ਹੁੰਦੇ ਹਾਂ, ਉਹਦੇ ਸਾਰੇ ਕੁਛ ਵਿੱਚ ਵੱਡੇ ਹੁੰਦੇ ਆ। ਉਹਦਾ ਸਾਰਾ ਸਮਾਨ ਸਾਡੇ 'ਚ ਵੱਡਾ ਹੁੰਦਾ ਜਾਂਦਾ। ਔਰ ਸਭ ਤੋਂ ਵੱਡੀ ਗੱਲ, ਸਾਡਾ ਘੁਮੰਡ ਸਾਡੇ 'ਚ ਵੱਡਾ ਹੁੰਦਾ ਜਾਂਦਾ ਹੈ। ਸਾਡੀ ਹਉਮੈ, ਸਾਡੀ ਈਗੋ ਸਾਡੇ 'ਚ ਵੱਡੇ ਹੁੰਦੇ ਜਾਂਦੇ ਆ। ਅਸੀਂ ਗਣਾਉਂਦੇ ਹਾਂ, ਮੈਂ ਆਹ ਕਰਤਾ, ਮੈਂ ਆਹ ਕਰਤਾ, ਮੈਂ ਆਹ ਕਰਤਾ। ਪਰ ਇਸ ਗੱਲ ਨੂੰ ਦੇਖੋ, ਇਸ ਗੱਲ ਨੂੰ ਦੇਖੋ, ਇਸ ਰੱਬ ਦੇ ਬੰਦੇ ਨੂੰ ਬਹੁਤ ਸਾਰੇ ਲੋਕਾਂ ਨੇ ਪਾਗਲ ਕਿਹਾ, ਪਰ ਉਹ ਕੀ ਆ, ਉਹ ਸਾਰੀਆਂ ਗੱਲਾਂ ਸੁਣ ਕੇ ਕਿਸੇ ਨੂੰ ਜਵਾਬ ਨਹੀਂ ਦਿੰਦਾ। ਉਹ ਨਹੀਂ ਕਹਿੰਦਾ ਤੁਸੀਂ ਕੌਣ ਹੁੰਦੇ ਮੈਨੂੰ ਪਾਗਲ ਕਹਿਣ ਵਾਲੇ, ਮੈਂ ਪਾਗਲ ਨਹੀਂ ਹੈਗਾ। ਉਹ ਕਹਿੰਦਾ ਠੀਕ ਆ, ਮੈਨੂੰ ਪਾਗਲ ਕਹੋ, ਪਰ ਮੈਨੂੰ ਜਾਣ ਦਿਓ। ਮੇਰੇ ਭੈਣ ਭਰਾ, ਬਹੁਤ ਸਾਰੇ ਲੋਕਾਂ ਤੋਂ ਅਸੀਂ ਪਾਸ ਆਵੇ ਹੋ ਜਾਣਾ ਆ, ਬਹੁਤ ਸਾਰੇ ਲੋਕਾਂ ਤੋਂ ਅਸੀਂ ਗੁਜ਼ਰ ਜਾਣਾ ਆ। ਬਹੁਤ ਸਾਰੇ ਲੋਕ ਉਹ ਤੁਹਾਨੂੰ ਜ਼ਿੰਦਗੀ 'ਚ ਮਿਲਣੇ ਆ ਜਿਹਨਾਂ ਨਾਲ ਤੁਹਾਡਾ ਬਾਹ ਨਹੀਂ ਪਿਆ। ਬਹੁਤ ਸਾਰੇ ਲੋਕ ਤੁਹਾਨੂੰ ਜ਼ਿੰਦਗੀ 'ਚ ਮਿਲਣੇ ਜਿਹਨਾਂ ਨਾਲ ਤੁਹਾਡਾ ਬਾਹ ਨਹੀਂ ਪਿਆ ਹੈਗਾ, ਬਾਹ ਨਹੀਂ ਪਿਆ। ਵਾਹ ਨਾ ਪੈਣ ਦਾ ਮਤਲਬ ਆ ਕੁਝ ਸਮਾਂ ਮਿਲਦੇ ਆ, ਫਿਰ ਤੁਸੀਂ ਆਪੋ ਆਪਣੇ ਰਾਹ ਚਲੇ ਜਾਂਦੇ। ਤੁਹਾਨੂੰ ਉਹਦੇ ਨਾਲ ਵਾਹ ਨਹੀਂ ਪਿਆ ਹੈਗਾ। ਵਾਹ ਤਾਂ ਉਹਦੇ ਨਾਲ ਪਿਆ ਜਿਹਨਾਂ ਤੁਹਾਡੀ ਸ਼ਾਦੀ ਹੋ ਗਈ, ਜੋ ਤੁਹਾਡਾ ਪੱਕਾ ਤੁਹਾਡੇ ਬੱਚੇ ਹੋ ਗਏ, ਜੋ ਤੁਸੀਂ ਉਹਦੇ ਪਿਓ ਹੋ ਗਏ। ਇਹ ਪੱਕੇ ਰਿਸ਼ਤੇ ਆ ਕੁਛ, ਜਿਹਨਾਂ ਨੂੰ ਤੁਸੀਂ ਛੱਡ ਕੇ ਨਹੀਂ ਜਾ ਸਕਦੇ ਹੈਗੇ। ਪਰ ਕੁਛ ਨਾਲ ਆਮ ਬਤੀਰਾ ਹੁੰਦਾ, ਹਾਏ ਹਲੋ ਹੁੰਦੀ, ਓਕੇ। ਇਹ ਜਿਹੜੀ ਗੱਲ ਹੈਗੀ ਆ, ਇਹ ਇੱਦਾਂ ਹੀ ਆ। ਦਾਊਦ ਨੂੰ ਪਤਾ ਆ ਇਹ ਲੋਕ ਜਿਹੜੇ ਆ ਇਹ ਮੈਨੂੰ ਮਾਰ ਸਕਦੇ ਆ, ਪਰ ਅੱਜ ਇਹ ਗੱਲ ਆ ਕਿ ਮੈਂ ਇਹਨਾਂ ਚੋਂ ਨਿਕਲ ਜਾਵਾਂ ਅੱਗੇ, ਓਕੇ। ਉਹਨਾਂ ਨੂੰ ਫੜ ਕੇ ਬੈਠਣ ਦਾ ਉਹਦਾ ਕੋਈ ਮਨਸੂਬਾ ਨਹੀਂ ਸੀ। ਆ ਪ੍ਰਭੂ ਦਾ ਧੰਨਵਾਦ ਆ, ਉਹਨੂੰ ਪ੍ਰਭੂ ਨੇ ਜੋ ਤਰਤੀਬ ਦਿੱਤੀ ਉਹਨੇ ਲਗਾਈ, ਔਰ ਉੱਥੋਂ ਨਿਕਲ ਗਿਆ, ਉੱਥੋਂ ਨਿਕਲ ਗਿਆ। ਜਦੋਂ ਉੱਥੋਂ ਨਿਕਲ ਗਿਆ, ਉਹ ਬਚਾਇਆ ਗਿਆ, ਬਚ ਗਿਆ, ਔਰ ਉਹ ਰਾਜ ਸਿੰਘਾਸਨ ਤੱਕ ਪਹੁੰਚਾ। ਪਰ ਉਸ ਤੋਂ ਅੱਗੇ ਇੱਕ ਹੋਰ ਗੱਲ ਆ, ਜਿਹੜੀ ਕਿ ਉਹ ਤੁਸੀਂ ਕਹੋਗੇ ਉਹਦੇ ਸੁਦਾਪੁਣਾ ਹੈ ਉਹਦਾ, ਜਿਹੜਾ ਇਸੇ ਪੁਸਤਕ ਦਾ ਪਹਿਲੇ ਸੈਮੂਅਲ ਦਾ 24 ਅਧਿਆਇ ਆ। ਇਹ ਜਿਹੜਾ ਬੰਦਾ ਸ਼ਾਊਲ ਜਿਹੜਾ ਇਹਨੂੰ ਮਾਰਨਾ ਚਾਹੁੰਦਾ ਆ, ਉਹਦੇ ਮਗਰ ਆਪਣੀ ਸੈਨਾ ਲੈ ਕੇ ਤੁਰਿਆ ਹੋਇਆ, ਆਪਣਾ ਲਸ਼ਕਰ ਲੈ ਕੇ ਤੁਰਿਆ ਹੋਇਆ। ਇੱਥੇ ਜਦੋਂ ਅਸੀਂ ਦੇਖਦੇ ਹਾਂ, ਇਹਦੇ ਵਿੱਚ ਉਹ ਆਪਣੀ ਇੱਕ ਫੋਰਸ ਲੈ ਕੇ, ਆਪਣੀ ਇੱਕ ਸੈਨਾ ਲੈ ਕੇ ਉਹ ਦਾਊਦ ਨੂੰ ਲੱਭਦਾ ਹੋਇਆ ਜਾ ਰਿਹਾ। ਔਰ ਜਦੋਂ ਲੱਭ ਰਿਹਾ ਤੇ ਤੀਸਰੇ ਬਚਨ 'ਚ ਲਿਖਿਆ ਕਿ ਉਹ ਇੱਕ ਜਗ੍ਹਾ ਤੇ ਪਹੁੰਚਿਆ, ਉੱਥੇ ਉਹਨੇ ਪੜਾਅ ਲਗਾਇਆ। ਜਦੋਂ ਉੱਥੇ ਉਹਨੇ ਪੜਾਅ ਲਗਾਇਆ, ਉੱਥੇ ਕੀ ਹੋਇਆ, ਜਿਹੜਾ ਜੀਸਸ ਹਾਲੇਲੂਇਆ, ਜਿਹੜਾ ਸ਼ਾਊਲ ਆ ਉਹ ਜੰਗਲ ਪਾਣੀ ਗਿਆ। ਜੰਗਲ ਪਾਣੀ ਉਹਨੇ ਗੁਫਾ 'ਚ ਜਾਣਾ ਸੀ, ਗੁਫਾ ਵਿੱਚ ਚਲ ਗਿਆ। ਔਰ ਉਸ ਗੁਫਾ ਵਿੱਚ ਦਾਊਦ ਔਰ ਦਾਊਦ ਦੇ ਸਾਥੀ ਜਿਹੜੇ ਆ ਉਹ ਲੁਕੇ ਬੈਠੇ ਸੀ, ਛੁਪੇ ਬੈਠੇ ਸੀ। ਔਰ ਸ਼ਾਊਲ ਦੇ ਕੋਲ ਕੋਈ ਹਥਿਆਰ ਨਹੀਂ ਹੈਗਾ। ਜਿੱਦਾਂ ਤੁਸੀਂ ਜੰਗਲ ਪਾਣੀ ਜਾਂਦੇ ਹੋ, ਕੋਈ ਹਥਿਆਰ ਲੈ ਕੇ ਨਹੀਂ ਜਾਂਦੇ ਹੈਗੇ। ਉਹਨੂੰ ਆਈਡੀਆ ਨਹੀਂ ਹੈਗਾ ਕਿ ਇੱਥੇ ਦਾਊਦ ਹੋ ਸਕਦਾ ਹੈ। ਜੇ ਉਹਨੂੰ ਆਈਡੀਆ ਹੁੰਦਾ ਪਹਿਲਾਂ ਦਾਊਦ ਨੂੰ ਲੱਭ ਲੈਂਦਾ ਉਤੋਂ, ਪਰ ਦਾਊਦ ਉੱਥੇ ਸੀ। ਇਹ ਤੁਸੀਂ ਇਸ ਹਿੱਸੇ ਨੂੰ ਪੜ੍ਹ ਕੇ ਦੇਖਿਓ, 24 ਅਧਿਆਇ ਨੂੰ, ਉੱਥੇ ਸੀ। ਹੁਣ ਨਾਲ ਦੇ ਕਹਿੰਦੇ ਮਾਰ ਦਈਏ ਇਹਨੂੰ, ਉਹ ਕਹਿੰਦਾ ਨਹੀਂ, ਦਾਊਦ ਕਹਿੰਦਾ ਨਹੀਂ, ਮਾਰਨਾ ਨਹੀਂ ਹੈਗਾ। ਦਾਊਦ ਮਲਕੜੇ ਗਿਆ, ਬਿਲਕੁਲ ਮਤਲਬ ਇੱਦਾਂ ਗਿਆ ਜਿਹਦੀ ਪੈੜ ਦੀ ਵੀ ਆਵਾਜ਼ ਨਾ ਆਵੇ। ਔਰ ਸ਼ਾਊਲ ਦੀ ਚਾਦਰ ਦਾ ਪੱਲਾ ਕੱਟ ਕੇ ਲੈ ਆਇਆ। ਕਿਉਂ ਚਾਦਰ ਦਾ ਪੱਲਾ ਕੱਟ ਕੇ ਲੈ ਆਇਆ ਤੇ ਉਹ ਅਲੱਗ ਜਾ ਕੇ ਉਹਨੂੰ ਫਿਰ ਉਹਨੇ ਆਵਾਜ਼ ਦੇ ਕੇ ਬੁਲਾਇਆ ਤੇ ਉਹਨਾਂ ਨੇ ਗੱਲਬਾਤ ਕੀਤੀ। ਉਹਨਾਂ ਨੇ ਗੱਲਬਾਤ ਕੀਤੀ ਕਿ ਅੱਜ ਮੇਰੇ ਪਰਮੇਸ਼ਰ ਨੇ ਤੈਨੂੰ ਮੇਰੇ ਹੱਥ ਕਰ ਦਿੱਤਾ ਸੀਗਾ, ਪਰ ਮੈਂ ਤੈਨੂੰ ਨਹੀਂ ਮਾਰਿਆ। ਇਹ ਤੇ ਲਿਖਿਆ ਦਾਊਦ ਨੂੰ ਜਾਣ ਬੁੱਝ ਕੇ ਬਚਾਉਂਦਾ ਹੈ। ਦਾਊਦ ਸ਼ਾਊਲ ਨੂੰ ਜਾਣ ਬੁੱਝ ਕੇ ਬਚਾਉਂਦਾ ਹੈ। ਇਹ ਵੀ ਇੱਕ ਪਾਗਲਪਨ ਹੈ। ਅਗਰ ਤੁਹਾਡਾ ਦੁਸ਼ਮਣ ਤੁਹਾਡੇ ਹੱਥ ਆਇਆ ਹੋਵੇ, ਤੁਸੀਂ ਛੱਡ ਦੋ।
ਲੋਕੀ ਕਹਿਣਗੇ ਸਦਾਈ ਆ ਤੂੰ, ਅੱਜ ਤਾਂ ਤੇਰੀ ਦਾੜ ਥੱਲੇ ਆਇਆ ਸੀਗਾ, ਤੂੰ ਛੱਡਤਾ ਉਹਨੂੰ। ਲੋਕੀ ਕਹਿਣਗੇ ਅੱਜ ਤਾਂ ਤੇਰੀ ਦਾੜ ਥੱਲੇ ਆਏ, ਤੂੰ ਉਹਨੂੰ ਛੱਡਤਾ। ਅਗਰ ਤੁਸੀਂ ਤੁਹਾਡੇ ਦੁਸ਼ਮਣ ਨੂੰ, ਦਾੜ ਥੱਲੇ ਆਏ ਨੂੰ ਛੱਡ ਦਿੰਦੇ ਆ, ਤੁਸੀਂ ਪ੍ਰਭੂ ਦੇ ਵਚਨ ਨੂੰ ਪੂਰਾ ਕਰਨ ਵਾਲੇ ਆ। ਦੁਨੀਆ ਦੇ ਹਿਸਾਬ ਨਾਲ ਸਦਾਈ ਆ, ਪਰ ਪ੍ਰਭੂ ਦੇ ਹਿਸਾਬ ਨਾਲ ਤੁਸੀਂ ਵਚਨ ਪੂਰਾ ਕਰਨ ਵਾਲੇ। ਇਹ ਬਹੁਤ ਜ਼ਰੂਰੀ ਆ। ਵਚਨ ਪੂਰੇ ਕਰਨੇ ਸੌਖੇ ਨਹੀਂ ਹੈਗੇ। ਵਚਨ ਪੂਰੇ ਆਪਣੇ ਆਪ ਨੂੰ ਮਾਰ ਕੇ ਹੁੰਦੇ। ਜਿਹੜਾ ਆਪਣੇ ਆਪ ਨੂੰ ਮਾਰ ਨਹੀਂ ਸਕਦਾ, ਉਹ ਵਚਨ ਨਹੀਂ ਪੂਰੇ ਕਰ ਸਕਦਾ। ਬਪਤਿਸਮਾ ਲੈ ਲਿਆ ਪਾਣੀ ਦਾ, ਡੁੱਬ ਗਏ, ਮਰ ਗਏ, ਮਰ ਕੇ ਵਚਨ ਪੂਰੇ ਹੁੰਦੇ ਆ। ਔਰ ਫਿਰ ਜਿੰਦਾ ਹੋਣਾ ਪ੍ਰਭੂ ਦੇ ਵਚਨਾਂ ਵਿੱਚ ਅੱਗੇ ਵਧਣ ਦੇ ਲਈ। ਇਸ ਲਈ ਬੜੀ ਜ਼ਰੂਰੀ ਗੱਲ ਆ। ਦਾਊਦ ਜਾਣਬੁੱਝ ਕੇ ਸ਼ਾਉਲ ਨੂੰ ਇੱਕ ਜ਼ਿੰਦਗੀ ਦੇ ਗਿਆ, ਜ਼ਿੰਦਗੀ ਦੇ ਗਿਆ। ਪਰ ਸ਼ਾਉਲ ਨੂੰ ਸਮਝ ਨਹੀਂ ਆਈ ਕਿ ਇਸ ਬੰਦੇ ਨੇ ਮੈਨੂੰ ਜ਼ਿੰਦਗੀ ਦਿੱਤੀ ਆ, ਮੈਂ ਹੁਣ ਇਹਦਾ ਪਿੱਛੇ ਨਾ ਇਹਦਾ ਪਿੱਛਾ ਕਰਾਂ। ਨਹੀਂ ਸਮਝ ਆਈ। ਨਹੀਂ ਸਮਝ ਆਈ। 26 ਅਧਿਆਇ ਵਿੱਚ ਜਦੋਂ ਪੜ੍ਹਦੇ ਆ, 26 ਅਧਿਆਇ ਵਿੱਚ ਜਦੋਂ ਪੜ੍ਹਦੇ ਆ, ਫਿਰ ਉਹਨੇ ਦਾਊਦ ਦਾ ਪਿੱਛਾ ਕੀਤਾ। ਫਿਰ ਉਹਨੇ ਪਿੱਛਾ ਕੀਤਾ। ਪਹਿਲਾ ਸੈਮੂਅਲ 26 ਅਧਿਆਇ, ਪਹਿਲਾ ਸੈਮੂਅਲ 26 ਅਧਿਆਇ ਜਦੋਂ ਪੜ੍ਹਦੇ ਆ, ਫਿਰ ਉਹਨੇ ਪਿੱਛਾ ਕੀਤਾ। ਜਦੋਂ ਫਿਰ ਪਿੱਛਾ ਕੀਤਾ, ਇੱਕ ਜਗ੍ਹਾ ਪਹੁੰਚ ਗਏ। 5ਵੇਂ ਵਚਨ ਤੋਂ ਵਰਣਨ ਹੈ, ਇੱਕ ਜਗ੍ਹਾ ਪਹੁੰਚ ਗਏ। ਜਦੋਂ ਇੱਕ ਜਗ੍ਹਾ ਪਹੁੰਚ ਗਏ, ਉੱਥੇ ਹਨੇਰਾ ਹੋ ਗਿਆ, ਸੌਂ ਗਏ। ਸਾਰਾ ਸ਼ਾਉਲ ਔਰ ਉਹਦੇ ਜਿੰਨੇ ਵੀ ਜਿਹੜੇ ਸੈਨਿਕ ਆ ਔਰ ਸੈਨਾਪਤੀ ਆ, ਸਾਰੇ ਸੌਂ ਗਏ। ਜਦੋਂ ਸਾਰੇ ਸੌਂ ਗਏ ਤੇ ਦਾਊਦ ਨੇ ਆਪਣੇ ਦੋ ਸਾਥੀਆਂ ਨੂੰ ਕਿਹਾ ਕਿ ਮੇਰੇ ਨਾਲ ਕੌਣ ਜਾਊਗਾ। ਤੇ ਦੋਨਾਂ ਦੇ ਵਿੱਚੋਂ ਇੱਕ ਕਹਿੰਦਾ, ਜਿਹੜਾ ਅਬੀਸ਼ਾਈ, ਜਿਹੜਾ ਜੋਆਬ ਦਾ ਭਰਾ ਆ, ਜਿਹੜਾ ਜੋਆਬ ਸੈਨਾਪਤੀ ਸੀ ਦਾਊਦ ਦਾ, ਬਾਅਦ ਸੈਨਾਪਤੀ ਬਣਿਆ, ਉਹਦੇ ਭਰਾ ਅਬੀਸ਼ਾਈ ਨੇ ਕਿਹਾ ਮੈਂ ਤੇਰੇ ਨਾਲ ਜਾਊਂਗਾ। ਅਬੀਸ਼ਾਈ ਬੜਾ ਜ਼ੋਰਦਾਰ ਬੰਦਾ ਸੀ, ਬੜਾ ਚੁਸਤ ਫੁਰਤ ਬੰਦਾ ਸੀ ਔਰ ਇਮਾਨਦਾਰ ਬੰਦਾ ਸੀ। ਔਰ ਜਦੋਂ ਹੁਣ ਉਹ ਨਾਲ ਉਹਦੇ ਗਿਆ, ਉਹਨੇ ਦੇਖਿਆ, ਜਦੋਂ ਉੱਥੇ ਪਿੰਡ ਵਿੱਚ ਗਏ ਜਿੱਥੇ ਸਾਰੇ ਸੁੱਤੇ ਹੋਏ ਸੀ, ਸ਼ਾਉਲ ਸੁੱਤਾ ਹੋਇਆ ਸੀ। ਜਦੋਂ ਸ਼ਾਉਲ ਸੁੱਤਾ ਹੋਇਆ ਸੀ, ਉਹਦੇ ਸਿਰਹਾਣੇ ਉਹਦੀ ਬਰਸ਼ੀ ਪਈ ਆ ਔਰ ਉਹਦੇ ਪਾਣੀ ਦੀ ਗੜਵੀ ਪਈ ਹੈ। ਤੇ ਅਬੀਸ਼ਾਈ ਕਹਿੰਦਾ ਇੱਕੋ ਹੀ ਬਰਸ਼ੀ ਦਾ ਵਾਰ ਕਰੂੰਗਾ, ਖਤਮ ਕਰ ਦੂੰਗਾ। ਕਹਿੰਦਾ ਕਰਦਾ? ਉਹ ਕਹਿੰਦਾ ਨਹੀਂ, ਇਹਨੂੰ ਖੁਦਾ ਨੇ ਮਸਾ ਕੀਤਾ ਸੀ, ਇਹਨੂੰ ਆਪਾਂ ਨਹੀਂ ਮਾਰਨਾ ਹੈਗਾ, ਇਹਨੂੰ ਆਪਾਂ ਨਹੀਂ ਮਾਰਨਾ। ਜਾਂ ਇਹਨੂੰ ਖੁਦਾ ਮਾਰੂਗਾ, ਜਾਂ ਲੜਾਈ 'ਚ ਫਲਿਸਤੀਆਂ ਤੋਂ ਮਾਰਿਆ ਜਾਊਗਾ, ਆਪਾਂ ਨਹੀਂ ਮਾਰਨਾ, ਜਾਂ ਇਹਦਾ ਮਰਨ ਦਾ ਦਿਨ ਆਊਗਾ। ਉਹ ਕਹਿੰਦਾ ਆਪਾਂ ਨਹੀਂ ਮਾਰਨਾ, ਛੱਡ ਇਸ ਗੱਲ ਨੂੰ, ਤੂੰ ਚੱਕ ਇਹਦੀ ਬਰਸ਼ੀ ਚੱਕ ਤੇ ਗੜਵੀ ਚੱਕ, ਪਾਣੀ ਚਲੀਏ। ਉਹਦੀ ਬਰਸ਼ੀ ਤੇ ਪਾਣੀ ਦੀ ਗੜਵੀ ਚੱਕ ਕੇ ਪਹਾੜ ਤੇ ਚੜ੍ਹ ਕੇ ਉੱਚੀ ਆਵਾਜ਼ ਵਿੱਚ ਕਹਿ ਰਿਹਾ, ਅਬੀਨੇਰ, ਸੈਨਾਪਤੀ ਅਬੀਨੇਰ, ਤੁਸੀਂ ਅੱਜ ਆਪਣੇ ਪਾਤਸ਼ਾਹ ਦੀ ਰਾਖੀ ਨਹੀਂ ਕੀਤੀ। ਤੁਸੀਂ ਅੱਜ ਆਪਣੇ ਪਾਤਸ਼ਾਹ ਦੀ ਰਾਖੀ ਨਹੀਂ ਕੀਤੀ। ਤੁਸੀਂ ਯਹੋਵਾ ਦੇ ਮਸਾ ਕੀਤੇ ਹੋਏ ਦੀ ਰਾਖੀ ਨਹੀਂ ਕੀਤੀ। ਅੱਜ ਕੋਈ ਆ ਗਿਆ ਸੀ ਤੁਹਾਡੇ ਡੇਰੇ ਦੇ ਵਿੱਚ, ਦੇਖੋ ਉਹ ਤੁਹਾਡੇ ਪਾਤਸ਼ਾਹ ਦੀ ਬਰਸ਼ੀ ਅਤੇ ਪਾਣੀ ਦੀ ਗੜਵੀ ਲੈ ਗਿਆ। ਤੇ ਸ਼ਾਉਲ ਨੇ ਆਵਾਜ਼ ਪਛਾਣ ਲਈ। ਜਦੋਂ ਸ਼ਾਉਲ ਨੇ ਆਵਾਜ਼ ਪਛਾਣ ਲਈ, ਉਹ ਕਹਿੰਦਾ ਇਹ ਤਾਂ ਦਾਊਦ ਦੀ ਆਵਾਜ਼ ਆ। ਉਹ ਕਹਿੰਦਾ ਇਹ ਤਾਂ ਮੇਰੇ ਪੁੱਤਰ ਦਾਊਦ ਦੀ ਆਵਾਜ਼ ਆ। ਉਹ ਜਿਹੜੀ ਗੱਲ ਆ, ਇਹ ਬੜੀ ਜ਼ਰੂਰੀ ਹੈ। ਇਸ ਗੱਲ ਨੂੰ ਸਮਝਣਾ ਬੜੀ ਜ਼ਰੂਰੀ ਗੱਲ ਆ ਕਿ ਉਹ ਕਹਿੰਦਾ ਹੇ ਮੇਰੇ ਪੁੱਤਰ ਦਾਊਦ, ਇਹ ਤੇਰੀ ਆਵਾਜ਼ ਹੈ। ਦਾਊਦ ਬੋਲਿਆ ਜੀ ਮੇਰੇ ਮਹਾਰਾਜ ਪਾਤਸ਼ਾਹ, ਇਹ ਮੇਰੀ ਹੀ ਆਵਾਜ਼ ਹੈ। ਆ ਜਿਹੜੀ ਗੱਲ ਆ, ਇਹਨੂੰ ਸਮਝਣਾ ਜ਼ਰੂਰੀ ਹੈ। ਇਹਨੂੰ ਸਮਝਣਾ ਜ਼ਰੂਰੀ ਹੈ। ਇੱਥੇ ਸ਼ਾਉਲ ਨੂੰ ਸਮਝ ਲੱਗ ਗਈ ਕਿ ਦਾਊਦ ਮੇਰੇ ਨਾਲੋਂ ਵੱਧ ਧਰਮੀ ਆ, ਇਸ ਲਈ ਉਹਨੇ ਮੈਨੂੰ ਨਹੀਂ ਮਾਰਿਆ। ਹੁਣ ਇਹਦੇ ਉਲਟ ਅਗਰ ਸ਼ਾਉਲ ਦੇ ਹੱਥ ਵਿੱਚ ਦਾਊਦ ਆਇਆ ਹੁੰਦਾ ਤਾਂ ਛੱਡ ਦਿੰਦਾ ਉਹਨੂੰ? ਬਿਲਕੁਲ ਨਹੀਂ ਛੱਡਣਾ ਸੀ, ਬਿਲਕੁਲ ਨਹੀਂ ਛੱਡਣਾ ਸੀ। ਪਰ ਦਾਊਦ ਨੇ ਉਹਨੂੰ ਛੱਡਤਾ, ਨਹੀਂ ਮਾਰਿਆ। ਹਾਂ, ਜਿਹੜੀ ਇਹ ਗੱਲ, ਹੱਥ ਆਇਆ ਦੁਸ਼ਮਣ ਛੱਡਦਾ, ਹੱਥ ਆਇਆ ਦੁਸ਼ਮਣ ਛੱਡਦਾ। ਇਹ ਦੁਨੀਆ ਦੇ ਹਿਸਾਬ ਨਾਲ ਪਾਗਲਪਨ ਆ, ਇਹ ਦੁਨੀਆ ਦੇ ਹਿਸਾਬ ਨਾਲ ਪਾਗਲਪਨ ਆ। ਪਰ ਪਰਮੇਸ਼ਵਰ ਦੇ ਹਿਸਾਬ ਨਾਲ ਪਰਮੇਸ਼ਵਰ ਦੀ ਮਰਜ਼ੀ ਪੂਰੀ ਕਰਨਾ ਹੈ। ਦੁਨੀਆ ਦੇ ਹਿਸਾਬ ਨਾਲ ਇਹ ਸੁਧਾਰਪੂਰਣਾ ਹੈ, ਪਰ ਪਰਮੇਸ਼ਵਰ ਦੇ ਹਿਸਾਬ ਨਾਲ ਇਹ ਅਕਲਮੰਦੀ ਆ, ਪਰਮੇਸ਼ਵਰ ਦਾ ਵਚਨ ਪੂਰਾ ਕਰਨਾ ਹੈ। ਪ੍ਰਭੂ ਦੀ ਸਤੁਤੀ ਹੋਵੇ। ਹੁਣ ਦਾਊਦ ਕੀ ਕਹਿ ਰਿਹਾ? ਇਹ ਸਾਰੇ ਕੁਝ ਦੇ ਚਲਦੇ ਚਲਦੇ ਕੀ ਕਹਿ ਰਿਹਾ? ਜਦੋਂ ਇਹਦਾ 20ਵਾਂ ਵਚਨ ਪੜ੍ਹਦੇ ਆ, 26 ਅਧਿਆਇ ਦਾ 20ਵਾਂ ਵਚਨ, ਪਹਿਲਾ ਸੈਮੂਅਲ 26 ਅਧਿਆਇ 20 ਵਚਨ। ਸੋ ਹੁਣ ਯਹੋਵਾ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ, ਕਿਉਂ ਜੋ ਇਸਰਾਇਲ ਦਾ ਪਾਤਸ਼ਾਹ ਇੱਕ ਪਿੱਸੂ ਲੱਭਣ ਨੂੰ ਨਿਕਲਿਆ ਹੈ, ਜਿਵੇਂ ਕੋਈ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਖੇਡੇ। ਆ ਦੇਖੋ, ਦਾਊਦ ਕਹਿ ਰਿਹਾ, ਕਹਿੰਦਾ ਹੁਣ ਜਿਹੜਾ ਮੇਰਾ ਲਹੂ ਹੈ ਨਾ, ਉਹ ਪਰਮੇਸ਼ਰ ਅੱਗੇ ਨਹੀਂ ਇੱਥੇ ਬਹਿਣਾ ਚਾਹੀਦਾ।
ਕਹਿੰਦਾ ਤੂੰ ਮੈਨੂੰ ਕੀ ਸਮਝਦਾ ਹੈ? ਉਹ ਕਹਿੰਦਾ ਮੇਰੀ ਹਾਲਤ ਇੱਕ ਪਿੱਸੂ ਵਰਗੀ ਆ, ਪਿੱਸੂ। ਬੜੇ ਜੀਵ ਜੰਤੂ ਆ ਦੁਨੀਆ ਤੇ, ਬੜੇ ਜੀਵਧਾਰੀ ਹੈ, ਪਰ ਪਿੱਸੂ ਜਿਹੜਾ ਜਦੋਂ ਜਾਨਵਰ 'ਚ ਲੱਗਿਆ ਹੁੰਦਾ ਨਾ, ਉਹ ਸਕਿਨ 'ਚ ਰਲ ਜਾਂਦਾ, ਦੀਦਾ ਹੀ ਨਹੀਂ। ਇੰਨਾ ਸਮੌਲ ਹੁੰਦਾ, ਇੰਨਾ ਛੋਟਾ ਹੁੰਦਾ, ਔਰ ਇੰਨਾ ਜਿਹੜਾ ਉਹ ਵਿੱਚ ਰਹਿਣ ਵਾਲਾ ਹੁੰਦਾ, ਦੀਦਾ ਹੀ ਨਹੀਂ, ਸਭ ਤੋਂ ਛੋਟਾ ਹੈ। ਅਗਲੀ ਗੱਲ, ਤਿੱਤਰ ਨਾਲ ਤੁਲਨਾ ਕੀਤੀ ਆਪਣੇ ਆਪ ਦੀ। ਤਿੱਤਰ ਵੀ ਬੜਾ ਆਪਣੇ ਵਿਰੋਧੀਓ ਡਰਦਾ, ਇੱਕਦਮ ਭੱਜ ਜਾਂਦਾ। ਉਹ ਕਹਿੰਦਾ ਮੇਰੀ ਹਾਲਤ ਇੱਕ ਪਿੱਸੂ ਦੀ ਤਰ੍ਹਾਂ ਹੈ। ਔਰ ਦੂਸਰੀ ਕਿਹੜੀ ਗੱਲ ਆ, ਜਿਹੜੀ ਦੂਸਰੀ ਗੱਲ ਆ, ਕਹਿੰਦਾ ਤਿੱਤਰ ਦਾ ਸ਼ਿਕਾਰ ਕਰਨ ਦੇ ਲਈ ਪਹਾੜ ਤੇ ਨਹੀਂ ਜਾਣਾ ਪੈਂਦਾ। ਤਿੱਤਰ ਤਾਂ ਮੈਦਾਨੀ ਖੱਤੇ ਬਥੇਰੇ ਤੁਰੇ ਫਿਰਦੇ ਆ, ਜਿਹਨੇ ਮਰਜ਼ੀ ਮਾਰ ਲਓ। ਕਹਿੰਦਾ ਤੂੰ ਮੇਰੇ ਲਈ ਜ਼ਿਆਦਾ ਮਿਹਨਤ ਕਰ ਰਿਹਾ, ਤੂੰ ਮੇਰੇ ਮਗਰ ਜ਼ਿਆਦਾ ਮਿਹਨਤ ਕਰ ਰਿਹਾ, ਇੰਨੀ ਮਿਹਨਤ ਮੇਰੇ ਮਗਰ ਨਾ ਕਰ, ਮੈਂ ਇੰਨੀ ਮਿਹਨਤ ਕਰਾਉਣ ਦੇ ਯੋਗ ਨਹੀਂ ਹੈਗਾ, ਐਡੀ ਮੇਰੀ ਵੱਡੀ ਹਸਤੀ ਨਹੀਂ ਹੈਗੀ। ਅੱਜ ਦੇਖੋ ਪ੍ਰਭੂ ਦੇ ਬੱਚੋ ਗੱਲ ਕੀ ਹੈਗੀ। ਜਿਹੜਾ ਸਾਡਾ ਵਤੀਰਾ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ? ਕਿੱਦਾਂ ਦੇ ਵਤੀਰੇ ਨਾਲ ਭਰੇ ਹੋਏ ਅਸੀਂ ਇਨਸਾਨ ਹੋਣੇ ਚਾਹੀਦੇ? ਕਿੱਦਾਂ ਦਾ ਵਤੀਰਾ ਹੋਣਾ ਚਾਹੀਦਾ? ਜਿਹੜਾ ਵਤੀਰਾ ਆ ਸਾਡਾ, ਉਹ ਜਦੋਂ ਠੀਕ ਹੋਊਗਾ ਉਦੋਂ ਅਸੀਂ ਠੀਕ ਚੱਲਾਂਗੇ। ਦੇਖੋ, ਇੱਕ ਵਤੀਰਾ ਸਾਡਾ ਮਨੁੱਖਾਂ ਨਾਲ, ਇੱਕ ਸ਼ੈਤਾਨ ਦੇ ਨਾਲ। ਦੇਖੋ, ਸ਼ਾਉਲ ਤਾਂ ਆਫਟਰ ਆਲ ਇੱਕ ਇਨਸਾਨ ਸੀ। ਸ਼ਾਉਲ ਜਿਹੜਾ ਆਫਟਰ ਆਲ ਇੱਕ ਇਨਸਾਨ ਸੀ। ਦਾਊਦ ਜਾਣਦਾ ਆ ਕਿ ਇਹਦੇ ਵਿੱਚ ਕੋਈ ਹੋਰ ਤਾਕਤ ਕੰਮ ਕਰਦੀ ਹੈ, ਮੇਰਾ ਮੁਕਾਬਲਾ ਉਹਦੇ ਨਾਲ ਆ, ਉਸ ਅਭਿਸ਼ੇਕ ਨਾਲ ਮੇਰਾ ਮੁਕਾਬਲਾ। ਕਿਉਂਕਿ ਬਚਨ ਦਾ ਜਦੋਂ ਪਵਿੱਤਰ ਆਤਮਾ ਉੱਤੋਂ ਚਲਾ ਗਿਆ, ਪ੍ਰਭੂ ਦਾ ਅਭਿਸ਼ੇਕ ਉੱਤੋਂ ਚਲ ਗਿਆ, ਦੁਸ਼ਟ ਆਤਮਾ ਆ ਕੇ ਉਹਨੂੰ ਅਕਾਉਣ ਲੱਗ ਗਿਆ। ਦੁਸ਼ਟ ਆਤਮਾ ਆ ਕੇ ਸ਼ਾਉਲ ਨੂੰ ਅਕਾਉਣ ਲੱਗ ਗਿਆ। ਪਵਿੱਤਰ ਆਤਮਾ ਉਹਦੇ ਕੋਲ ਰਿਹਾ ਨਹੀਂ, ਹੁਣ ਦੁਸ਼ਟ ਆਤਮਾ ਉਹਦੇ ਵਿੱਚ ਆ ਗਿਆ। ਦਾਊਦ ਜਾਣਦਾ ਹੈ ਕਿ ਦੁਸ਼ਟ ਆਤਮਾ ਹੈ। ਦਾਊਦ ਫਿਲਿਸਤੀ ਨੂੰ ਜਾਣਦਾ ਸੀਗਾ ਕਿ ਇਹ ਜਿਹੜਾ ਬੰਦਾ ਹੈਗਾ ਆ, ਇਹ ਅਸੁੰਤੀ ਫਿਲਿਸਤੀ ਹੈ, ਇਹ ਖੁਦਾ ਦਾ ਨਹੀਂ ਹੈਗਾ, ਖੁਦਾ ਦਾ ਨਿਸ਼ਾਨ ਇਹਦੇ ਸਰੀਰ ਤੇ ਨਹੀਂ ਹੈਗਾ, ਖੁਦਾ ਦਾ ਚਿੰਨ੍ਹ ਇਹਦੇ ਤੇ ਨਹੀਂ ਹੈਗਾ, ਇਹ ਖੁਦਾ ਦਾ ਨਹੀਂ ਹੈਗਾ। ਬਣਾਇਆ ਸਾਰਿਆਂ ਨੂੰ ਖੁਦਾ ਨੇ, ਪਰ ਬਹੁਤ ਸਾਰੇ ਖੁਦਾ ਦੇ ਨਹੀਂ ਰਹੇ ਦਾ ਮਤਲਬ ਇਹ ਆ, ਉਹਨਾਂ ਨੇ ਖੁਦਾ ਨੂੰ 100% ਅਲਵਿਦਾ ਕਹਿਤਾ। ਉਹਨਾਂ ਨੇ ਖੁਦਾ ਤੋਂ 100% ਆਪਣੇ ਆਪ ਨੂੰ ਅਲੱਗ ਕਰ ਲਿਆ। ਉਹਨਾਂ ਵਿੱਚੋਂ ਗੋਲੀਅਤ ਵੀ ਸੀ, ਉਹਨਾਂ ਵਿੱਚੋਂ ਹੁਣ ਇਹ ਜਿਹੜਾ ਸ਼ਾਉਲ ਹੈ, ਇਹ ਵੀ ਇਦਾਂ ਦਾ ਹੋ ਗਿਆ। ਪਰ ਹੁਣ ਕੀ ਹੋ ਗਿਆ? ਦਾਊਦ ਇਸ ਗੱਲ ਨੂੰ ਸਮਝਦਾ, ਕਦੀ ਇਹ ਤੇ ਅਭਿਸ਼ੇਕ ਸੀ, ਅੱਜ ਦੁਸ਼ਟ ਆਤਮਾ ਆ, ਅੱਜ ਵੀ ਮੈਂ ਇਹਨੂੰ ਨਹੀਂ ਮਾਰਨਾ ਹੈਗਾ। ਉਹ ਡਿਸਾਈਡਡਲੀ ਸੀ, ਤੇ ਫੈਸਲੇ ਵਿੱਚ ਸੀਗਾ। ਪਰ ਇੱਕ ਗੱਲ ਹੈ, ਉਹ ਆਪਣੀ ਤੁਲਨਾ ਕਿੱਦਾਂ ਕਰ ਰਿਹਾ? ਆਪਣੀ ਤੁਲਨਾ ਇੱਕ ਪਿੱਸੂ ਨਾਲ ਕਰ ਰਿਹਾ। ਆਪਣੀ ਤੁਲਨਾ ਜਿਹੜੀ ਆਪਣੀ ਤੁਲਨਾ ਆ, ਇੱਕ ਤਿੱਤਰ ਨਾਲ ਕਰ ਰਿਹਾ। ਔਰ ਉਹ ਡਰਦਾ ਆ, ਉਹ ਆਪਣੀ ਜਾਨ ਬਚਾਉਣ ਦੇ ਲਈ ਪਾਗਲ ਵੀ ਬਣਦਾ ਆ। ਇਹਦਾ ਮਤਲਬ ਇਹ ਆ, ਇਹਨਾਂ ਹਾਲਾਤਾਂ ਨੇ ਇਹਨੂੰ ਕੀ ਬਣਾਇਆ? ਮੰਗ ਕੇ ਰੋਟੀਆਂ ਖਾਂਦਾ ਰਿਹਾ, ਉਧਾਰੀਆਂ ਰੋਟੀਆਂ ਮੰਗ ਕੇ ਖਾਂਦਾ ਰਿਹਾ। ਔਰ ਉਹਦੇ ਸਾਥੀ ਉਧਾਰੀਆਂ ਰੋਟੀਆਂ ਮੰਗ ਕੇ ਖਾਂਦੇ। ਨਾਬਾਲ ਤੋਂ ਉਧਾਰੀਆਂ ਰੋਟੀਆਂ ਮੰਗਣ ਗਏ, ਉਹਨੇ ਉਹਨਾਂ ਨੂੰ ਫਟਕਾਰ ਕੇ ਭੇਜ ਦਿੱਤਾ। ਪਤਾ ਨਹੀਂ ਕਿਹਦੇ ਕੋਲੋਂ ਕਿੱਦਾਂ ਕੀ ਮੰਗ ਕੇ ਟਾਈਮ ਪਾਸ ਕੀਤਾ। ਮੇਰੇ ਭੈਣ ਭਰਾਓ, ਇਹ ਜਿਹੜੀ ਗੱਲ ਹੈ, ਸਮਝਣ ਦੀ ਆ ਕਿ ਅੱਜ ਕਲੀਸਿਆ ਦੇ ਉੱਤੇ ਅਭਿਸ਼ੇਕ ਹੈਗਾ, ਪਰ ਕਲੀਸਿਆ ਨੂੰ ਅਜੇ ਰਾਜ ਨਹੀਂ ਮਿਲਿਆ। ਔਰ ਇਨ ਬਿਟਵੀਨ ਜੋ ਹੈਗਾ, ਇਹਦੇ ਵਿਚਕਾਰ, ਇਹਦੇ ਦਰਮਿਆਨ ਜੋ ਹੈਗਾ, ਜਦ ਤੱਕ ਅਸੀਂ ਰਾਜ ਸਾਨੂੰ ਪ੍ਰਾਪਤ ਨਹੀਂ ਹੁੰਦਾ ਹੈਗਾ, ਤਦ ਤੱਕ ਰਾਜਾ ਦਾ ਅਭਿਸ਼ੇਕ ਤਾਂ ਸਾਡੇ ਤੇ ਹੈ, ਪਰ ਕਈ ਚੀਜ਼ਾਂ 'ਚ ਅਸੀਂ ਥੋੜੇ ਹੋਏ ਹਾਂ, ਕਈ ਚੀਜ਼ਾਂ 'ਚ ਘਟੇ ਹੋਏ ਹਾਂ, ਔਰ ਕਈ ਵਾਰੀ ਅਸੀਂ ਬਸ ਪਏ ਹੋਏ ਹਾਂ ਦੂਸਰੇ ਦੇ। ਕਈ ਵਾਰੀ ਅਸੀਂ ਮਨੁੱਖਾਂ ਦੇ ਬਸ ਪੈ ਜਾਂਦੇ ਹਾਂ, ਹਕੂਮਤਾਂ ਮਾੜੀਆਂ ਟੱਕਰ ਜਾਂਦੀਆਂ, ਹਕੂਮਤਾਂ ਦੇ ਬਸ ਪੈ ਜਾਂਦੇ। ਕਈ ਵਾਰੀ ਰਿਸ਼ਤੇਦਾਰ ਮਾੜੇ ਟੱਕਰ ਜਾਂਦੇ, ਉਹਨਾਂ ਦੇ ਬਸ ਪੈ ਜਾਂਦੇ। ਕਈ ਵਾਰੀ ਕਲੀਸਿਆ 'ਚ ਵੀ ਮਾੜੇ ਬੰਦੇ ਟੱਕਰ ਜਾਂਦੇ, ਉਹਨਾਂ ਦੇ ਬਸ ਹੀ ਪੈ ਜਾਂਦੇ। ਕਿਉਂਕਿ ਕਲੀਸਿਆ 'ਚ ਵੀ ਸਾਰੀ ਕਲੀਸਿਆ ਨਹੀਂ ਹੈਗੀ, ਕਲੀਸਿਆ 'ਚ ਵੀ ਸਾਰੀ ਕਲੀਸਿਆ ਨਹੀਂ ਹੈਗੀ, ਸਾਰੀ ਮਸੀਹ ਦੀ ਦੇਹ ਨਹੀਂ ਹੈਗੀ। ਜਿੱਦਾਂ 12 ਵਿੱਚ ਇੱਕ ਸੀਗਾ, ਯੀਸ਼ੂ ਨੇ 12 ਚੇਲੇ ਚੁਣੇ, ਉਹਨਾਂ 'ਚ ਇੱਕ ਸੀਗਾ ਜਿਹੜਾ ਯੀਸ਼ੂ ਦਾ ਨਹੀਂ ਸੀ, ਉਹ ਵਿਰੋਧੀ ਸੀ। ਅੱਜ ਕਲੀਸਿਆਵਾਂ ਹਜ਼ਾਰੋਂ ਹਜ਼ਾਰ ਆ, ਲੱਖੋਂ ਲੱਖ ਆ, ਕਰੋੜੋਂ ਕਰੋੜ ਆ। ਇਹਦੇ ਵਿੱਚ ਵੀ ਹੈਗਾ ਆ ਉਹ ਸਮਾਨ, ਇਹਦੇ ਵਿੱਚ ਵੀ ਉਹ ਚੀਜ਼ ਹੈਗੀ ਆ ਜਿਹੜੀ ਯੀਸ਼ੂ ਦੀ ਨਹੀਂ ਹੈਗੀ। ਦੇਖਣ ਨੂੰ ਕਲੀਸਿਆ, ਕਹਿਣ ਨੂੰ ਕਲੀਸਿਆ, ਹੱਥ 'ਚ ਬਾਈਬਲ ਆ, ਪਰ ਉਹ ਕਲੀਸਿਆ ਨਹੀਂ ਹੈਗੀ। ਮਾਫ ਕਰਨਾ, ਮੈਂ ਇਹ ਗੱਲ ਕਹਿ ਰਿਹਾ, ਪਰ ਇਹ ਸੱਚਾਈ ਆ, ਇਹ ਬੜੀ ਕੌੜੀ ਸੱਚਾਈ ਆ। ਇਸ ਕੌੜੀ ਸੱਚਾਈ ਨੂੰ ਜਦੋਂ ਇੱਕ ਵਿਅਕਤੀ ਲੈਂਦਾ ਹੈ ਨਾ, ਉਹ ਇਹਨੂੰ ਚੱਖ ਵੀ ਨਹੀਂ ਸਕਦਾ ਹੈਗਾ, ਇੰਨੀ ਕੌੜੀ ਸੱਚਾਈ ਹੈ। एक रब दे बंदे ने कहा, संसार में अगर मुझे कुछ अच्छा मिला तो वो कलीसिया थी, मगर जब मैं कलीसिया में दाखिल हुआ
तो कलीसिया में भी संसार था। इदां ही है। इसलिए अज जिहड़ी गल आ, अज जिहड़ी गल नूं ठीक समझण दी जरूरत आ कि अज इस संसार दे विच जदों असीं चल रहे असीं किस तकाजे ते जीना हैगा, किस तकाजे ते जीना है, साडा किहड़ा तकाजा है। रोमियो की किताब नूं खोलांगे, रोमियो की किताब 12 अध्याय 19, 20, 21 वचन पढ़ते हैं। हे प्यारिओ, अपना बदला ना लो पर क्रोध नूं जान दिओ, क्यों जो लिखिया होया है कि प्रभु आखदा है भई बदला लेना मेरा काम है, मैं ही वटा लावांगा। पर जे तेरा वैरी भुखा होवे तां उहनूं खुआ, जे तिहाया होवे तां उहनूं पिया, क्यों जो ये करके तू ਉਹਦੇ सिर उत्ते अग दे अंगियारां दा ढेर लावेंगा। बुराई तो ना हार, सगों भलाई नाल बुराई नूं जित लै। आमीन। बदला ना लो, क्रोध नूं जान दो, क्योंकि इदां लिखिया है, प्रभु कहंदा बदला लेना मेरा काम। पर यह सौखी गल नहीं हैगी। तुहाडे ते कोई वधीकी करे, अत्याचार करे, तुसीं उहनूं कहो भाजी मैं तैनूं माफ कीता, मेरा रब भी तैनूं देखूगा। सौखी गल नहीं हैगी, बिल्कुल सौखी गल नहीं है। कहना बहुत सौखा है, सौखी गल नहीं हैगी। जदों तेरा बैरी भुखा होवे तो उहनूं खवाउणा, जदों तिहाया होवे तो उहनूं पिआउणा, सौखी गल नहीं हैगी, सौखी गल नहीं हैगी। प्रभु कहंदा कर, कहंदा ये करन तेरा एक उहदे नाल इदां करन नाल भी उहदा भला नहीं होना। दाऊद ने शाऊल नहीं मारिया था कि वह मरिया नहीं? इन्नी बुरी मौत हुई, हिसाब कोई नहीं, इन्नी बुरी मौत हुई, हिसाब कोई नहीं। जो उन्होंने देखा मैं घिर गया तो उन्हें अपने हथियार चुकन वाले कहा मैनू वढ़ दे, और नहीं वढ़िया तो अपनी बर्शी अड्डे गया। अज जिहड़ी गल किते है, अज जिहड़ी गल बड़ी स्पष्ट रूप में यह है, तुहाडा परमेश्वर जो तुहाडे नाल चलदा है ना, वो खड़ा आ, सारियां गल्लां 'च खड़ा आ, पर तुसीं खड़े रहो, शर्त है। हुण जिहड़ी ये गल है, ये सौखा नहीं हैगा। जो तेरा बैरी भुखा होवे तैनूं खवाउणा, जो प्यासा होवे तैनूं पिआउणा, सौखा नहीं हैगा। ये कहंदा ये करके तू ਉਹਦੇ सिर उत्ते अग दे अंगियारां दा ढेर लाऊंगा। कहंदा तू जो ਉਹਨੂੰ ਖਵਾਉਂਗਾ ਪਿਆਉਂਗਾ ना, ਇਹਦੇ ਨਾਲ ਉਹਦਾ ਭਲਾ नहीं होना, भला तेरा ही होना, ਉਹਦੀਆਂ ਬਿਪਤਾਂ ਵੱਧ ਜਾਣਗੀਆਂ। देखो प्रभु सानूं देखना चाहुंदा ਸਾਡੇ 'ਚ नफरत है कि प्यार है, वैर है कि तरस है, बदला लैंदे आ कि माफ करते हैं। प्रभु सानूं देखना चाहुंदा, और ये गल्लां सानूं अपनी जिंदगी स्पष्ट करनियां पैणियां अपने व्यवहार के द्वारा कि असीं की करना चाहुंदे, करनियां पैणियां। इस करके वचन इदां दसदा, बुराई तो ना हार, सगों भलाई नाल बुराई नूं जित लै। बुराई तो हार ना, भलाई नाल बुराई नूं जित ला, 100% जित ला। ये गल जिहड़ी बड़ी स्पष्ट रूप विच इदां आ कि असीं भलाई नाल बुराई नूं जितना है। जदों भलाई नाल बुराई नूं जितांगे फिर की होना, फिर असीं यीशु मसीह दे सामर्थी नाम विच अगे वधदे जाना, और इदां वध जाना, इदां वध जाना आ कि तुहाडे परमेश्वर ने तुहानूं 100% असीसित कर देना। हुण जिहड़ी ये गल आ, जदों असीं दुनिया दे विच अपने विरोधियां नूं माफ़ करदे हां, अपने सताउण वालिਆਂ ਨੂੰ माफ़ करते हैं, उदों की हुंदा हैगा? उदों असीं दुनिया विच सदाई गिणे जांदे। पर इदां असीं बनना है, इदां सानूं बनना पैना है। दुनिया के लिहाज नाल असीं सदाई हैं, पर प्रभु के लिहाज नाल असीं आत्मिक और बुद्धवान गिणे जावांगे। एक असीं वचन पढ़ांगे कुरिन्थिया की पहली किताब, पहला कुरिन्थिया 6वां अध्याय 7वां वचन। पहला कुरिन्थिया 6वां अध्याय 7वां वचन। हुण तां तुहाडे विच एक घाटा है, एक वड्डा घाटा है कि तुसीं एक दूए उत्ते मुकदमा बनाउंदे हो। तुसीं सगों गुनाह क्यों नहीं सहार लैंदे, तुसीं सगों ठगाई क्यों नहीं खांदे। कितना औखा है इस वचन नूं पूरा करना। मुकदमे बनाते हैं असीं मसीह लोग मुकदमे बनाते हैं, असीं मसीह लोग मुकदमे करते हैं। कई तो झूठे करी जाते हैं, कई सच्चे करते हैं। पर प्रभु का वचन ये कहता तुसीं मुकदमे बनाते हैं, ये वड्डा घाटा है। कहता तुसीं एक दूजे दे मुकदमे बनाते हैं, गुनाह क्यों नहीं सहार लेंदे, ठगाई क्यों नहीं खांदे। गुनाह सहार लो, ठगाई चल लो। औखी है, बहुत औखी है, बहुत औखी है, बहुत औखी है। मेरे भैन भरा, स्वर्ग जाना भी इन्ना ही औखा है, इदां ही औखा है। स्वर्ग जाना भी इन्ना ही औखा है। एमनी यीशु मसीह कहंदा
ਕਿ ਸੂਈ ਦੇ ਨੱਕੇ ਵੇ ਦੀ ਊਠ ਗੁਜ਼ਰ ਜਾਊਗਾ ਪਰ ਧਨਵਾਨ ਨਹੀਂ ਜਾਊਗਾ ਉਹਦੇ ਵਿੱਚ, ਸਵਰਗ ਦੇ ਵਿੱਚ। ਐਵੇਂ ਨਹੀਂ ਕਹਿੰਦਾ, ਉਹਨੂੰ ਪਤਾ ਹੈ ਇਸ ਗੱਲ ਦੇ ਲਈ ਕਿ ਜਿਹੜਾ ਧਨਵਾਨ ਹੈ ਉਹ ਆਪਣੇ ਘਮੰਡ ਨੂੰ ਛੱਡ ਨਹੀਂ ਪਾ ਸਕਦਾ, ਉਹਨੂੰ ਘਮੰਡ ਛੱਡਣੇ 'ਚ ਮੁਸ਼ਕਿਲ ਬਾਤ ਆਉਂਦੀ ਹੈ। ਪਰ ਮੇਰੇ ਭੈਣ ਭਰਾ, ਇੱਕ ਮਸੀਹੀ ਨੂੰ ਘਮੰਡ ਛੱਡਣਾ ਪੈਣਾ ਯਿਸੂ ਦੇ ਸਾਮਰਥੀ ਨਾਮ ਵਿੱਚ। ਇੱਕ ਮਸੀਹੀ ਦੇ ਅੰਦਰ ਘਮੰਡ ਨਹੀਂ ਚੱਲ ਸਕਦਾ, ਇੱਕ ਮਸੀਹੀ ਦੇ ਅੰਦਰ ਘਮੰਡ ਨਹੀਂ ਚੱਲ ਸਕਦਾ, ਬਿਲਕੁਲ ਨਹੀਂ ਚੱਲ ਸਕਦਾ। ਅਗਰ ਇੱਕ ਮਸੀਹੀ ਦੇ ਵਿੱਚ ਘਮੰਡ ਆ ਤੇ ਉਹ ਮਸੀਹੀ ਨਹੀਂ। ਜੇਕਰ ਕਿ ਮਸੀਹੀ ਦੇ ਵਿੱਚ ਘਮੰਡ ਆ ਤੇ ਉਹ ਮਸੀਹੀ ਨਹੀਂ, ਕਿਉਂਕਿ ਮਸੀਹੀ ਜਿਹੜਾ ਆ ਉਹ ਆਪਣੀ ਕਾਬਲੀਅਤ ਨਾਲ ਮਸੀਹ ਨਹੀਂ ਬਣਿਆ। ਅਗਰ ਤੁਸੀਂ ਰੋਮੀਆਂ ਦੀ ਕਿਤਾਬ ਦਾ 4ਵਾਂ ਅਧਿਆਇ ਪੜੋਗੇ, ਪਰਮੇਸ਼ਰ ਦਾ ਵਚਨ ਪਹਿਲੇ ਵਚਨਾਂ ਤੋਂ ਹੀ ਦੱਸਦਾ ਹੈ ਕਿ ਸਾਡੇ ਸਰੀਰਕ ਪਿਤਾ ਅਬਰਾਹਮ ਨੂੰ ਕੀ ਲੱਭਿਆ। ਰੋਮੀਆਂ ਦੀ ਕਿਤਾਬ 4ਵਾਂ ਅਧਿਆਇ ਪਹਿਲੇ ਵਚਨ ਤੋਂ ਦੱਸਦਾ ਸਾਡੇ ਸਰੀਰਕ ਪਿਤਾ ਅਬਰਾਹਮ ਨੂੰ ਕੀ ਲੱਭਿਆ, ਕਿਉਂਕਿ ਅਬਰਾਹਮ ਕਰਨੀਆਂ ਕਰਕੇ ਨਹੀਂ ਧਰਮੀ ਠਹਿਰਾਇਆ ਗਿਆ। ਜੇਕਰ ਉਹ ਕਰਮੀਆਂ ਕਰਕੇ ਧਰਮੀ ਠਹਿਰਾਇਆ ਗਿਆ ਹੁੰਦਾ ਤਾਂ ਘਮੰਡ ਦਾ ਥਾਂ ਸੀਗਾ, ਪਰੰਤੂ ਪਰਮੇਸ਼ਰ ਦੇ ਅੱਗੇ ਕੋਈ ਘਮੰਡ ਨਹੀਂ ਕਰ ਸਕਦਾ। ਕਿਉਂ? ਜੋ ਧਰਮ ਪੁਸਤਕ ਕੀ ਕਹਿੰਦਾ ਹੈ, ਇਹ ਜੋ ਅਬਰਾਹਮ ਨੇ ਪਰਮੇਸ਼ਰ ਦੀ ਪ੍ਰਤੀਤ ਕੀਤੀ ਅਤੇ ਉਹਦੇ ਲਈ ਧਰਮ ਗਿਣੀ ਗਈ। ਹੁਣ ਦੇਖੋ ਗੱਲ ਕਿੱਥੇ ਆ। ਘਮੰਡ ਨਹੀਂ ਹੋ ਸਕਦਾ। ਜੇ ਉਹ ਕੰਮਾਂ ਨਾਲ ਧਰਮੀ ਠਹਿਰਦਾ ਤਾਂ ਘਮੰਡ ਕਰਦਾ, ਪਰ ਉਹ ਕੰਮਾਂ ਨਾਲ ਧਰਮੀ ਨਹੀਂ ਠਹਿਰਿਆ, ਉਹ ਧਰਮੀ ਠਹਿਰਿਆ ਹੈਗਾ ਯਿਸੂ ਮਸੀਹ ਉੱਤੇ, ਪਰਮੇਸ਼ਰ ਤੇ ਵਿਸ਼ਵਾਸ ਕਰਕੇ, ਨਿਸ਼ਚਾ ਦੇ ਦੁਆਰਾ। ਅੱਜ ਮੇਰੇ ਭੈਣ ਭਰਾ, ਅਸੀਂ ਧਰਮੀ ਠਹਿਰਾਏ ਗਏ ਹਾਂ, ਪਰ ਆਪਣੇ ਕੰਮਾਂ ਕਰਕੇ ਨਹੀਂ, ਯਿਸੂ ਮਸੀਹ ਉੱਤੇ ਨਿਸ਼ਚਾ ਕਰਕੇ ਧਰਮੀ ਠਹਿਰਾਏ ਗਏ ਹਾਂ। ਜਿਹੜੀ ਇਹ ਚੀਜ਼ ਆ ਇਹ ਬੜੀ ਵੱਡੀ ਹੈ ਕਿ ਅਸੀਂ ਉਹਦੇ ਉੱਤੇ ਨਿਸ਼ਚਾ ਕਰਕੇ ਧਰਮੀ ਠਹਿਰਾਏ ਗਏ ਹਾਂ। ਔਰ ਜਿਹੜੀ ਇਹ ਗੱਲ ਆ ਬੜੀ ਸਪਸ਼ਟ ਰੂਪ ਵਿੱਚ ਇੱਦਾਂ, ਇਹਨੂੰ ਲੈ ਲਓ ਯਿਸੂ ਦੇ ਨਾਮ ਵਿੱਚ, ਲੈ ਲਓ ਇਹਨੂੰ ਯਿਸੂ ਦੇ ਨਾਮ ਵਿੱਚ। ਜਦੋਂ ਲੈ ਲਓਗੇ ਫਿਰ ਤੁਸੀਂ ਘਮੰਡ ਨਹੀਂ ਕਰੋਗੇ, ਬਲਕਿ ਤੁਸੀਂ ਯਿਸੂ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਹਲੀਮ ਬਣਾਓਗੇ, ਨਮਰ ਬਣਾਓਗੇ। ਅੱਜ ਮੇਰੇ ਭੈਣ ਭਰਾ, ਅਗਰ ਯਿਸੂ ਮਸੀਹ ਦੇ ਨਾਮ ਵਿੱਚ ਆਪਣੇ ਆਪ ਨੂੰ ਹਲੀਮ ਨਹੀਂ ਬਣਾਉਂਦੇ, ਨਮਰ ਨਹੀਂ ਬਣਾਉਂਦੇ, ਨੀਚ ਨਹੀਂ ਬਣਾਉਂਦੇ ਯਿਸੂ ਦੇ ਸਾਮਰਥੀ ਨਾਮ ਵਿੱਚ ਪਰਮੇਸ਼ਰ ਦੇ ਅੱਗੇ ਔਰ ਮਨੁੱਖਾਂ ਦੇ ਅੱਗੇ, ਉੱਚੇ ਨਹੀਂ ਹੋ ਸਕਦੇ। ਸ਼ੈਤਾਨ ਦੇ ਅੱਗੇ ਨੀਵੇਂ ਹੋਣ ਦੀ ਲੋੜ ਨਹੀਂ ਹੈਗੀ। ਆਤਮਿਕ ਲੜਾਈ ਲੜੋ ਯਿਸੂ ਦੇ ਸਾਮਰਥੀ ਨਾਮ ਵਿੱਚ, ਪੂਰੇ ਜਲਾਲ ਨਾਲ ਭਰ ਕੇ ਲੜੋ, ਪਰ ਬੰਦਿਆਂ ਨਾਲ ਨਹੀਂ। ਬੰਦਿਆਂ ਦਾ ਸਾਹਮਣਾ ਅਸੀਂ ਸਿਰਫ ਸ਼ਬਦਾਂ ਦੁਆਰਾ ਕਰ ਸਕਦੇ ਹਾਂ, ਵਚਨ ਦੁਆਰਾ ਕਰ ਸਕਦੇ ਹਾਂ, ਵਚਨ ਸੁਣਾ ਸਕਦੇ ਹਾਂ, ਸਟਰੋਂਗ ਤੋਂ ਸਟਰੋਂਗ ਵਚਨ ਬੋਲ ਸਕਦੇ ਹਾਂ। ਇਸਤੀਫਾਨ ਨੇ ਬੋਲਿਆ ਜੋ ਬੋਲਣਾ, ਸੱਚਾਈ ਬੋਲਦੀ। ਹੁਣ ਦੱਸਦਾ ਤੁਸੀਂ ਗਲਤ ਆ, ਤੁਸੀਂ ਪਰਮੇਸ਼ਰ ਦੇ ਪਲਾਨ ਤੋਂ ਬਾਹਰ ਆ, ਤੁਸੀਂ ਪਰਮੇਸ਼ਰ ਦੀ ਯੋਜਨਾ ਤੋਂ ਬਾਹਰ ਆ। ਕਹਿਤਾ, ਮਾਰਤਾ ਉਹ ਨਹੀਂ ਇਸਤੀਫਾਨ ਨੂੰ, ਅਸੀਂ ਮਰ ਜਾਣਾ ਯਿਸੂ ਦਾ ਠੀਕ ਕਲਾਮ ਸੁਣਾਉਂਦੇ। ਪਰ ਗੱਲ ਬੜੀ ਸਪਸ਼ਟ ਇਹ ਹੈਗੀ ਆ, ਅਸੀਂ ਮਨੁੱਖਾਂ ਤੋਂ ਬਦਲਾ ਲੈਣ ਦਾ ਸੁਪਨਾ ਨਹੀਂ ਦੇਖਣਾ ਹੈਗਾ, ਬਦਲੇ ਨਾਲ ਨਹੀਂ ਬੋਲਣਾ ਹੈਗਾ, ਈਰਖਾ ਵੈਰ ਨਾਲ ਨਹੀਂ ਬੋਲਣਾ ਹੈਗਾ, ਬਲਕਿ ਖੁਦਾਵੰਦ ਦੇ ਪਿਆਰ ਨਾਲ ਬੋਲਣਾ ਹੈ ਔਰ ਮਨੁੱਖਾਂ ਨੂੰ ਬਚਾਉਣ ਲਈ ਬੋਲਣਾ ਹੈ ਔਰ ਯਿਸੂ ਦੇ ਸਾਮਰਥੀ ਨਾਮ ਵਿੱਚ ਚੇਤਾਉਣ ਲਈ ਬੋਲਣਾ ਹੈ ਔਰ ਯਿਸੂ ਦੇ ਨਾਮ ਵਿੱਚ ਵਾਰਨਿੰਗ ਦੇਣ ਲਈ ਬੋਲਣਾ ਔਰ ਯਿਸੂ ਦੇ ਨਾਮ ਵਿੱਚ ਉਹਨਾਂ ਨੂੰ ਜਿੱਤਣ ਲਈ ਬੋਲਣਾ ਔਰ ਯਿਸੂ ਦੇ ਨਾਮ ਵਿੱਚ ਜਿੱਤਣ ਲਈ ਵਿਵਹਾਰ ਕਰਨਾ ਔਰ ਯਿਸੂ ਦੇ ਨਾਮ ਵਿੱਚ ਸ਼ੈਤਾਨ ਦਾ ਸਾਹਮਣਾ ਕਰਨਾ, ਸਟਰੋਂਗਲੀ ਕਰਨਾ, ਹਾਰਡਲੀ ਕਰਨਾ। ਇਸ ਲਈ ਇੱਕ ਵਚਨ ਅਸੀਂ ਯਸ਼ਾਇਆ ਦੀ ਕਿਤਾਬ ਦੇ 41 ਅਧਿਆਇ ਵਿੱਚੋਂ ਪੜਾਂਗੇ, ਉਸ ਤੋਂ ਬਾਅਦ ਦੇ ਵਿੱਚ ਅਸੀਂ ਪ੍ਰਾਰਥਨਾ ਵਿੱਚ ਚਲਾਂਗੇ। ਯਸ਼ਾਇਆ ਦੀ ਕਿਤਾਬ 41 ਅਧਿਆਇ, ਉਸਦਾ 14 ਔਰ 15 ਵਚਨ ਖੋਲਾਂਗੇ। ਯਸ਼ਾਇਆ 41 ਅਧਿਆਇ 14-15 ਵਚਨ। ਨਾ ਡਰ ਹੇ ਯਾਕੂਬ ਕੀੜੇ, ਹੇ ਇਸਰਾਇਲ ਦੀ ਜੱਦ, ਮੈਂ ਤੇਰੀ ਸਹਾਇਤਾ ਕਰਾਂਗਾ। ਯਹੋਵਾ ਦਾ ਵਾਕ ਹੈ, ਤੇਰਾ ਛੁਟਕਾਰਾ ਦੇਣ ਵਾਲਾ ਇਸਰਾਇਲ ਦਾ ਪਵਿੱਤਰ ਪੁਰਖ ਹੈ। ਵੇਖ, ਮੈਂ ਤੈਨੂੰ ਇੱਕ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲੇ ਜਿਹਾ, ਜਿਹਦੇ ਦੰਦ ਵੀ ਹਨ, ਠਹਿਰਾਵਾਂਗਾ। ਤੂੰ ਪਹਾੜਾਂ ਨੂੰ ਗਾਹੇਂਗਾ, ਉਹਨਾਂ ਨੂੰ ਮਹੀਨ ਕਰੇਂਗਾ ਅਤੇ ਤੂੰ ਟਿੱਬਿਆਂ ਨੂੰ ਭੋ ਵਾਂਗੂ ਬਣਾਵੇਂਗਾ। ਆਮੀਨ। ਪ੍ਰਭੂ ਦੀ ਸਤੁਤੀ ਹੋਵੇ। ਅੱਜ ਦੇਖੋ, ਖੁਦਾਵੰਦ ਕਹਿ ਰਿਹਾ, ਯਾਕੂਬ ਤੂੰ ਕੀੜਾ ਹੀ ਆ, ਤੇਰੀ ਅਵਸਥਾ ਕੀੜੇ ਦੀ ਤਰ੍ਹਾਂ ਹੀ ਹੈ। ਅੱਜ ਮੇਰੇ ਭੈਣ ਭਰਾ, ਸਾਨੂੰ ਪਤਾ ਅਸੀਂ ਕੀੜੇ ਹੀ ਆ ਔਰ ਗੰਦਗੀ ਦੇ ਕੀੜੇ ਸੀਗੇ, ਅਸੀਂ ਗੰਦਗੀ ਦੇ ਕੀੜੇ ਸੀ। ਅਗਰ ਪੌਲਸ ਤੋਂ ਸੁਣੋ ਤਾਂ ਉਹ ਕਹਿੰਦਾ ਮਹਾਪਾਪੀ ਮੈਂ ਸੀ, ਮਹਾਪਾਪੀ ਸੀ। ਇਹ ਜਿਹੜੀ ਗੱਲ ਦਾ ਮਤਲਬ ਕੀ ਹੈ? ਇਹਦਾ ਮਤਲਬ ਗੰਦਗੀ ਦੇ ਕੀੜੇ ਸੀ ਅਸੀਂ। ਪਰ ਪ੍ਰਭੂ ਦਾ ਧੰਨਵਾਦ, ਪ੍ਰਭੂ ਕਹਿੰਦਾ ਹੈ ਯਾਕੂਬ ਕੀੜੇ ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ, ਮੈਂ ਤੇਰੀ ਸਹਾਇਤਾ ਕਰਾਂਗਾ। ਅਗਲੀ ਗੱਲ ਪ੍ਰਭੂ ਕਹਿੰਦਾ, ਮੈਂ ਤੈਨੂੰ ਛੁਟਕਾਰਾ ਦਊਂਗਾ, ਮੈਂ ਇਸਰਾਇਲ ਦਾ ਪਵਿੱਤਰ ਪੁਰਖ ਹਾਂ। ਔਰ ਅਗਲੀ ਗੱਲ ਪ੍ਰਭੂ ਕਹਿੰਦਾ, ਮੈਂ ਤੈਨੂੰ ਬਣਾਉਂਗਾ ਕੀ? ਤੂੰ ਭਾਵੇਂ ਕੀੜਾ ਹੀ ਹੈ, ਤੇਰੀ ਹਾਲਤ ਅਤੀ ਕਮਜ਼ੋਰ ਆ, ਪਰ ਪ੍ਰਭੂ ਕਹਿੰਦਾ ਮੈਂ ਤੈਨੂੰ ਕੀ ਬਣਾਉਂਗਾ। ਪ੍ਰਭੂ ਕਹਿੰਦਾ ਮੈਂ ਤੈਨੂੰ ਇੱਕ ਨਵੇਂ ਤਿੱਖੇ ਤੇ ਗਾਹ ਪਾਉਣ ਵਾਲੇ ਫਲੇ ਜਿਹਾ ਬਣਾਵਾਂਗਾ, ਜਿਹਦੇ ਦੰਦ ਵੀ ਹਨ। ਜਦੋਂ ਫਲੇ ਚੱਲਦੇ ਸੀ ਪਹਿਲਾਂ, ਫਲੇ ਦਾ ਮਤਲਬ ਜਿੰਨਾ ਕਣਕ ਗਾਈ ਜਾਂਦੀ ਸੀ ਉਹ 'ਚ ਦੰਦ ਨਹੀਂ ਸੀ ਹੁੰਦੇ। ਦੰਦ ਦਾ ਮਤਲਬ ਇਹ ਆ, ਜੋ ਤੁਸੀਂ ਹੁਣ ਥ੍ਰੈਸ਼ਰ ਜਿਹੜਾ ਅੱਜ ਕੱਲ੍ਹ ਹੜੰਬਾ ਮਸ਼ੀਨ ਆ, ਜਿੱਥੇ
ਟੋਕੇ ਲਗਾ ਦਿੱਤੇ ਗਏ, ਹੁਣ ਤਾਂ ਕਮਾਈ ਨਹੀਂ ਆ ਗਈ। ਜਿਹੜੀ ਅਸਲੀ ਗੱਲ ਆ, ਜਿਹੜੀ ਥ੍ਰੈਸ਼ਰ ਹੈ, ਜਿਹੜੀ ਕਣਕ ਨੂੰ ਗਾਹਣ ਵਾਲੀ ਮਸ਼ੀਨ ਆ, ਉਹਦੇ ਵਿੱਚ ਤੁਸੀਂ ਦੇਖੋਗੇ ਖੋਲ ਕੇ, ਅਗਰ ਟਾਪਾ ਤੋਂ ਇਸ ਤਰ੍ਹਾਂ ਕੈਲੇ ਲੱਗੇ ਹੋਏ ਸਿੱਧੇ, ਇੱਦਾਂ ਹੀ ਵੱਢਦੇ ਆ, ਇੱਦਾਂ ਹੀ ਵੱਢਦੇ, ਤੋੜ ਦਿੰਦੇ ਆ, ਉਹ ਤੋੜੀ ਜਾਂਦੇ ਸਾਰੀ ਕਣਕ। ਜਿੱਦਾਂ ਸਾਡੇ ਜਿਹੜੇ ਦੰਦ ਹੈਗੇ ਆ, ਉਹ ਚੀਜ਼ਾਂ ਨੂੰ ਤੋੜਦੇ ਆ, ਚਬਾਉਂਦੇ ਆ, ਸਭ ਕੁਝ ਵੱਖਰਾ ਵੱਖਰਾ ਕਰ ਦਿੰਦੇ। ਇੱਦਾਂ ਜਿਹੜੀ ਥ੍ਰੈਸ਼ਰ ਹੈਗੀ ਉਹ ਸਭ ਕੁਝ ਵੱਖਰਾ ਵੱਖਰਾ ਕਰ ਦਿੰਦੀ, ਦਾਣੇ ਇੱਕ ਪਾਸੇ, ਕੁੰਡੀਆਂ, ਤੂੜੀ ਸਭ ਇੱਕ ਪਾਸੇ। ਅੱਜ ਦੇਖੋ ਗੱਲ ਕਿੱਥੇ, ਪ੍ਰਭੂ ਕਹਿੰਦਾ ਮੈਂ ਤੈਨੂੰ ਇੱਕ ਨਵੇਂ ਤਿੱਖੇ ਤੇ ਗਾਹ ਪਾਉਣ ਵਾਲੇ ਫਲੇ ਵਰਗਾ ਬਣਾਉਂਗਾ, ਜਿਹਦੇ ਦੰਦ ਵੀ। ਜਦੋਂ ਦੀ ਇਹ ਗੱਲ ਪ੍ਰਭੂ ਨੇ ਲਿਖੀ, ਉਦੋਂ ਦੰਦ ਨਹੀਂ ਸੀ ਫਲਿਆਂ ਦੇ ਹੁੰਦੇ, ਪਰ ਪ੍ਰਭੂ ਨੇ ਕਹਿਤਾ ਫਲਿਆਂ ਦੇ ਵੀ ਦੰਦ ਹੋਊਗੇ, ਕਣਕ ਗਾਉਣ ਵਾਲੇ ਔਜ਼ਾਰਾਂ ਦੇ ਦੰਦ ਹੋਊਗੇ। ਪ੍ਰਭੂ ਦੀ ਸਤੁਤੀ ਹੋਵੇ। ਔਰ ਉਹ ਪੂਰਾ ਹੋ ਗਿਆ, ਔਰ ਮਾਨਵਤਾ ਵਿੱਚ ਵੀ ਪੂਰਾ ਹੋ ਗਿਆ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਕਿ ਪਰਮੇਸ਼ਰ ਦਾ ਵਚਨ, ਪ੍ਰਭੂ ਦਾ ਰੂਹ ਜਦੋਂ ਸਾਡੇ ਅੰਦਰ ਆਉਂਦਾ ਹੈ, ਉਹ ਸਾਨੂੰ ਹਰ ਗੱਲ ਨੂੰ ਵੱਖਰੀ ਵੱਖਰੀ ਕਰਨ ਦੇ ਲਈ ਜਾਂਚ ਸਿਖਾ ਦਿੰਦਾ ਹੈ। ਕਿਉਂਕਿ ਪ੍ਰਭੂ ਨੇ ਕਿਹਾ ਮੇਰਾ ਆਤਮਾ ਜਦੋਂ ਤੁਹਾਡੇ ਉੱਤੇ ਆਊਗਾ, ਉਹ ਤੁਹਾਨੂੰ ਪਾਪ, ਧਰਮ ਤੇ ਨਿਆਂ ਦੇ ਵਿਖੇ ਕਾਇਲ ਕਰੇਗਾ। ਉਹ ਤੁਹਾਨੂੰ ਦੱਸੇਗਾ ਆਹ ਪਾਪ ਆ ਬੇਟਾ, ਤੁਹਾਨੂੰ ਦੱਸੇਗਾ ਆਹ ਧਰਮ ਆ ਬੇਟਾ, ਉਹ ਤੁਹਾਨੂੰ ਦੱਸੇਗਾ ਇਹ ਜੋ ਤੁਸੀਂ ਆਹ ਚੁਣਨਾ ਆ, ਆਹ ਨਿਆਂ ਆ ਮੇਰਾ, ਦੱਸੇਗਾ ਤੁਹਾਨੂੰ, ਸਾਰੀਆਂ ਗੱਲਾਂ ਦੱਸੇਗਾ, ਸਾਰੀਆਂ ਗੱਲਾਂ ਸਿਖਾਏਗਾ। ਉਹ ਤੁਹਾਨੂੰ ਕੌਣ ਸਿਖਾਏਗਾ? ਖੁਦਾ ਰੂਹ ਸਿਖਾਏਗਾ, ਬਿਲਕੁਲ ਸਿਖਾਏਗਾ। ਔਰ ਅੱਜ ਸਿਖਾ ਰਿਹਾ। ਅੱਜ ਜਿਹੜੇ ਸੱਚੀ ਪਰਮੇਸ਼ਰ ਤੋਂ ਸਿੱਖੇ ਹੋਏ ਆ, ਉਹ ਸਭ ਕੁਝ ਡਿਫਰੈਂਟ ਕਰ ਦਿੰਦੇ, ਉਹਨੂੰ ਪਤਾ ਲੱਗ ਜਾਂਦਾ ਆ ਕਿੱਥੇ, ਆ ਕਿੱਥੇ, ਆ ਕਿੱਥੇ। ਹਰ ਇੱਕ ਦਾ ਗ੍ਰੇਡ ਕੀ ਆ ਮੇਰੀ ਜ਼ਿੰਦਗੀ ਵਿੱਚ, ਉਹਨੂੰ ਪਤਾ ਲੱਗ ਜਾਂਦਾ। ਮੇਰੀ ਜ਼ਿੰਦਗੀ 'ਚ ਕਿਹਦਾ ਕਿੰਨਾ ਭਾਗ ਆ, ਉਹਨੂੰ ਪਤਾ ਲੱਗ ਜਾਂਦਾ। ਪਰਮੇਸ਼ਰ ਦਾ ਹਿੱਸਾ ਪਰਮੇਸ਼ਰ ਨੂੰ ਦਿਓ, ਮਨੁੱਖਾਂ ਦਾ ਹਿੱਸਾ ਮਨੁੱਖਾਂ ਨੂੰ ਦੇ ਦਿਓ, ਪ੍ਰਭੂ ਕਹਿੰਦਾ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਕਿੰਨਾ ਭਾਗ ਮਨੁੱਖਾਂ ਨੂੰ ਦੇਣਾ, ਤੁਹਾਡਾ ਕਿੰਨਾ ਭਾਗ ਪਰਮੇਸ਼ਰ ਨੂੰ ਦੇਣਾ। ਏਦਾਂ ਹੀ ਗੱਲ, ਸਭ ਕੁਝ ਅਲੱਗ-ਅਲੱਗ, ਸਭ ਕੁਝ ਠੀਕ। ਔਰ ਜਿਹੜੇ ਪਹਾੜ ਆ, ਤੂੰ ਉਹਨਾਂ ਨੂੰ ਪਾਊਡਰ ਬਣਾ ਦੂੰਗਾ, ਪੀ ਦੂੰਗਾ ਉਹਨਾਂ ਨੂੰ। ਟਿੱਬੇ ਜਿਹੜੇ ਉਹਨੂੰ ਸਮਤਲ ਕਰ ਦੂੰਗਾ। ਵੱਡੇ ਪੱਥਰ ਆ ਪਹਾੜਾਂ ਦੇ ਵਿੱਚ, ਵੱਡੇ ਆ, ਪ੍ਰਭੂ ਕਹਿੰਦਾ ਤੂੰ ਪੀ ਦੂੰਗਾ ਉਹਨਾਂ ਨੂੰ, ਬਰਾਬਰ ਕਰ ਦੂੰਗਾ। ਅੱਜ ਮੇਰੇ ਭੈਣ ਭਰਾ ਸੁਣ ਲਓ ਇਸ ਗੱਲ ਨੂੰ, ਯਿਸੂ ਦੇ ਸਾਮਰਥੀ ਨਾਮ 'ਚ ਵਿਸ਼ਵਾਸ ਕਰਨ ਵਾਲਿਓ, ਤੁਸੀਂ ਭਾਵੇਂ ਕੀੜਿਆਂ ਵਰਗੇ ਹੋ, ਤੁਹਾਡੀ ਅਵਸਥਾ ਭਾਵੇਂ ਕੀੜੇ ਵਰਗੀ ਆ। ਕੋਈ ਕਹੂਗਾ ਤੂੰ ਕੀ ਕਰ ਲੈਣਾ, ਉਹਨੂੰ ਕਹੋ ਮੈਂ ਤਾਂ ਕੁਛ ਨਹੀਂ ਕਰ ਸਕਦਾ, ਪਰ ਮੇਰਾ ਯਿਸੂ ਮੇਰੇ ਵਿੱਚੋਂ ਸਭ ਕੁਛ ਕਰ ਸਕਦਾ। ਮੈਂ ਤਾਂ ਕੁਛ ਨਹੀਂ ਕਰ ਸਕਦਾ, ਮੇਰੀ ਔਕਾਤ ਕੀ ਹੈ? ਮੇਰੀ ਔਕਾਤ ਕੱਖ ਵੀ ਨਹੀਂ ਹੈਗੀ। ਤੂੰ ਮੈਨੂੰ ਕਹਿ ਲਾ ਜੋ ਕਹਿਣਾ, ਮਾੜਾ ਕਹਿ ਲਾ ਜੋ ਕਹਿਣਾ, ਮੇਰੀ ਔਕਾਤ ਉਹੀ ਹੋਊਗੀ ਜੋ ਤੂੰ ਮੈਨੂੰ ਕਹਿ ਦੂੰਗਾ। ਪਰ ਮੇਰਾ ਪਰਮੇਸ਼ਵਰ ਮੇਰੇ ਵਿੱਚੋਂ ਸਭ ਕੁਛ ਕਰਨ ਦੀ ਤਾਕਤ ਰੱਖਦਾ ਹੈ। ਇਸ ਲਈ ਤੁਹਾਡਾ ਪਰਮੇਸ਼ਰ ਤੁਹਾਨੂੰ ਕਹਿੰਦਾ ਕਿ ਮੈਂ ਤੈਨੂੰ ਏਦਾਂ ਦਾ ਫਲਾ ਬਣਾ ਦੂੰਗਾ ਜਿਹਦੇ ਦੰਦ ਵੀ ਆ। ਤੂੰ ਸਭ ਕੁਛ ਪੀ ਸੁੱਟੂੰਗਾ, ਤੂੰ ਸਭ ਕੁਛ ਡਿਫਰੈਂਟ ਅਲੱਗ ਕਰ ਦੂੰਗਾ। ਅੱਜ ਤੁਹਾਡਾ ਪਰਮੇਸ਼ਰ ਏਦਾਂ ਹੀ ਕਰਨ ਵਾਲਾ ਪਰਮੇਸ਼ਰ ਆ ਮੇਰੇ ਭੈਣ ਭਰਾਓ। ਇਸ ਲਈ ਭਾਵੇਂ ਤੁਹਾਡੀ ਹਾਲਤ ਕੀੜਿਆਂ ਵਰਗੀ ਆ, ਪਰ ਡਰੋ ਨਾ, ਘਬਰਾਓ ਨਾ। ਤੁਹਾਡਾ ਪਰਮੇਸ਼ਰ ਤੁਹਾਡੇ ਤੋਂ ਕੰਮ ਲੈਣ ਦੀ ਤਾਕਤ ਰੱਖਦਾ ਆ, ਆਪਣੀ ਯੋਗਤਾ ਤੁਹਾਡੀ ਭਰਨ ਦੀ ਕਾਬਲੀਅਤ ਰੱਖਦਾ ਆ, ਔਰ ਤੁਹਾਡਾ ਪਰਮੇਸ਼ਰ ਤੁਹਾਨੂੰ ਠੀਕ ਸਿਖਾਉਣ ਦੀ ਕਾਬਲੀਅਤ ਰੱਖਦਾ ਹੈ। ਇਸ ਲਈ ਆਪਣੇ ਪਰਮੇਸ਼ਰ 'ਚ ਲੀਨ ਹੋ ਜਾਓ, ਇਸ ਲਈ ਆਪਣੇ ਪਰਮੇਸ਼ਰ 'ਚ ਵੱਧਦੇ ਜਾਓ, ਇਸ ਲਈ ਤੁਹਾਡੇ ਪਰਮੇਸ਼ਰ 'ਚ ਅੱਗੇ ਤੋਂ ਅੱਗੇ ਵੱਧਦੇ ਜਾਓ। ਇਸ ਲਈ ਤੁਹਾਡਾ ਪਰਮੇਸ਼ਰ ਤੁਹਾਨੂੰ ਬਲੈਸ ਕਰੇਗਾ, ਮੁਬਾਰਕ ਕਰੇਗਾ। ਅੱਜ ਇਹ ਸੰਦੇਸ਼ ਹੈ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਅਗਰ ਕੋਈ ਤੁਹਾਨੂੰ ਕੀੜਾ ਮਕੌੜਾ ਵੀ ਕਹਿ ਦਿੰਦਾ ਹੈ, ਅਗਰ ਤੁਹਾਨੂੰ ਕੋਈ ਪਾਗਲ ਵੀ ਕਹਿ ਦਿੰਦਾ ਹੈ, ਅਗਰ ਤੁਹਾਡੀ ਅਵਸਥਾ ਇਦਾਂ ਦੀ ਬਣੀ ਤੁਸੀਂ ਡਰ ਜਾਂਦੇ ਹੋ, ਘਬਰਾ ਜਾਂਦੇ ਹੋ, ਸਿਮਟ ਜਾਂਦੇ ਹੋ, ਉਸ ਵਕਤ ਸਮਝ ਲਓ ਕਿ ਪ੍ਰਭੂ ਅੱਜ ਮੇਰੀ ਔਕਾਤ ਹੈ, ਅੱਜ ਮੇਰੀ ਔਕਾਤ ਹੈ। ਮੈਂ ਸਮਝ ਗਿਆ ਹਾਂ ਕਿ ਮੇਰੀ ਔਕਾਤ ਆਹੀ ਆ, ਮੈਂ ਕੀੜਾ ਹੀ ਹਾਂ। ਮੇਰੀ ਔਕਾਤ ਆਹੀ ਆ ਕਿ ਮੈਂ ਕੱਖ ਨਹੀਂ ਗਾ। ਮੇਰੀ ਔਕਾਤ ਆਹੀ ਆ ਕਿ ਮੈਂ ਨਥਿੰਗ ਆ। ਮੇਰੀ ਔਕਾਤ ਇਹੀ ਆ ਕਿ ਮੈਂ ਨਾਚੀਜ਼ ਆ। ਮੇਰੀ ਔਕਾਤ ਇਹੀ ਆ। ਜੋ ਤੁਸੀਂ ਬੋਲੋਗੇ ਮੇਰੀ ਔਕਾਤ ਇਹੀ ਆ, ਤੁਹਾਡਾ ਪਰਮੇਸ਼ਵਰ ਤੁਹਾਨੂੰ ਚੁੱਕ ਲਊਗਾ। ਇੱਕ ਪੰਜਾਬੀ ਦੀ ਕਹਾਵਤ ਆ, ਕਹਿੰਦੀ ਰੱਸੀ ਜਲ ਗਈ ਪਰ ਵਲ ਨਹੀਂ ਗਿਆ। ਬਹੁਤ ਸਾਰਿਆਂ ਉੱਤੇ ਇੰਨੀਆਂ ਬਿਪਤਾਂ, ਇੰਨੀਆਂ ਸਮੱਸਿਆਵਾਂ ਆ ਗਈਆਂ, ਆਫਤਾਂ ਆ ਗਈਆਂ, ਪਰ ਬੰਦੇ ਬਣਨੇ ਨੂੰ ਤਿਆਰ ਨਹੀਂ, ਘਮੰਡ ਛੱਡਣੇ ਨੂੰ ਤਿਆਰ ਨਹੀਂ, ਅਹੰਕਾਰ ਛੱਡਣੇ ਨੂੰ ਤਿਆਰ ਨਹੀਂ, ਆਪਣੇ ਈਗੋਜ਼ ਨੂੰ ਛੱਡਣ ਲਈ ਤਿਆਰ ਨਹੀਂ ਹੈਗੇ, ਨਹੀਂ ਤਿਆਰ। ਔਰ ਜਿਹੜੇ ਇਹ ਨਹੀਂ ਛੱਡ ਸਕਦੇ, ਉਹ ਠੀਕ ਮਸੀਹ ਨਹੀਂ ਹੈਗੇ। ਚਰਚ ਜਾ ਸਕਦੇ ਆ, ਬਾਕੀ ਸਾਰੀਆਂ ਕਿਰਿਆਵਾਂ ਕਰ ਸਕਦੇ ਆ, ਪਰ ਠੀਕ ਮਸੀਹ ਨਹੀਂ ਹੈਗੇ, ਸਵਰਗ ਜਾਣ ਵਾਲੇ ਮਸੀਹ ਨਹੀਂ ਹੈਗੇ। ਸਵਰਗ ਜਾਣ ਵਾਲੇ ਮਸੀਹ ਉਹੀ ਆ ਜਿਹੜੇ ਕੱਖੋਂ ਹੋਲੇ ਤੇ ਪਾਣੀ ਪਤਲੀ ਹੋ ਗਏ ਆ, ਘਮੰਡ ਛੱਡ ਦਿੱਤਾ ਆ, ਨੰਬਰ ਹੋ ਗਏ ਆ, ਨੰਬਰ ਹੋ ਗਏ। ਜਿਹੜੇ ਹੋ ਗਏ ਆ, ਪ੍ਰਭੂ ਉਹਨਾਂ ਨੂੰ ਜ਼ਮੀਨ ਤੋਂ ਉਠਾ ਲਊਗਾ। ਜਿਹੜੇ ਹੋ ਗਏ ਆ, ਪ੍ਰਭੂ ਉਹਨਾਂ ਨੂੰ ਜ਼ਮੀਨ ਤੋਂ ਉਠਾ ਲਊਗਾ ਯਿਸੂ ਦੇ ਸਾਮਰਥੀ ਨਾਲ। ਇਸ ਲਈ ਬੇਨਤੀ ਆ, ਅੱਜ ਤੁਹਾਡਾ ਪਰਮੇਸ਼ਰ ਤੁਹਾਨੂੰ ਬਚਾਉਂਦਾ ਤੇ ਸੰਭਾਲਦਾ ਤੇ ਮੁਬਾਰਕ ਕਰਦਾ ਆ।
ਜਿਹੜਾ ਤੁਹਾਡਾ ਪਰਮੇਸ਼ਰ ਹੈ ਤੁਹਾਨੂੰ ਬਚਾਉਂਦਾ, ਸੰਭਾਲਦਾ ਤੇ ਮੁਬਾਰਕ ਕਰਦਾ ਹੈ। ਜਦੋਂ ਤੁਹਾਡਾ ਪਰਮੇਸ਼ਰ ਤੁਹਾਨੂੰ ਬਚਾਉਂਦਾ, ਸੰਭਾਲਦਾ ਤੇ ਮੁਬਾਰਕ ਕਰਦਾ ਆ, ਯਿਸੂ ਦੇ ਨਾਮ ਵਿੱਚ ਉਹਦੇ ਅੱਗੇ ਇਦਾਂ ਚੱਲੋ ਜਿੱਦਾਂ ਤੁਹਾਨੂੰ ਚੱਲਣਾ ਚਾਹੀਦਾ। ਆਓ ਸਾਰੇ ਪ੍ਰਭੂ ਦੀ ਹਜ਼ੂਰੀ 'ਚ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਵਿੱਚ ਚੱਲੀਏ, ਆਪਣੇ ਆਪ ਦਾ ਠੀਕ ਇਕਰਾਰ ਕਰੀਏ, ਪ੍ਰਭੂ ਨੂੰ ਕਹੀਏ, ਪ੍ਰਭੂ ਸੱਚਮੁੱਚ ਮੈਂ ਜਾਣ ਲਿਆ ਮੇਰੀ ਹਾਲਤ ਕੀੜੇ ਵਰਗੀ ਹੈ, ਪਿੱਸੂ ਵਰਗੀ ਹੈ ਔਰ ਤਿੱਤਰ ਵਰਗੀ ਹੈ। ਪ੍ਰਭੂ ਸੱਚਮੁੱਚ ਮੈਂ ਤਾਂ ਇੱਦਾਂ ਦਾ ਹੀ ਹਾਂ। ਪ੍ਰਭੂ ਮੈਂ ਕਰ ਗਿਆ, ਮੈਂ ਡਰ ਗਿਆ। ਪ੍ਰਭੂ ਮੈਂ ਆਪਣੀ ਸਾਰੀ ਅਵਸਥਾ ਦਾ ਇਕਰਾਰ ਕਰਦਾ ਪ੍ਰਭੂ, ਪਰ ਤੇਰਾ ਧੰਨਵਾਦ ਤੂੰ ਮੈਨੂੰ ਕੱਢਣ ਲਈ ਹੈਗਾ ਹੈ, ਕਿਉਂਕਿ ਪ੍ਰਭੂ ਮਨੁੱਖਾਂ ਦੀ ਗੈਰ ਵਫਾਦਾਰੀ ਤੇਰੀ ਵਫਾਦਾਰੀ ਨੂੰ ਖਤਮ ਨਹੀਂ ਕਰ ਸਕੀ। ਅੱਜ ਖੁਦਾਵੰਦ ਤੇਰੀ ਹਜ਼ੂਰੀ ਵਿੱਚ ਝੁਕਦੇ ਹਾਂ, ਇੱਕ ਗੈਰ ਵਫਾਦਾਰ ਦੀ ਹੈਸੀਅਤ ਨਾਲ ਝੁਕਦੇ ਹੋਏ ਪ੍ਰਾਰਥਨਾ ਕਰਦੇ ਹਾਂ। ਤੂੰ ਵਫਾਦਾਰ ਆ ਪ੍ਰਭੂ, ਤੂੰ ਵਫਾਦਾਰ ਹੀ ਰਹਿੰਦਾ ਤੇ ਰਹਿਣਾ ਹੈ। ਤੇਰਾ ਧੰਨਵਾਦ, ਤੂੰ ਬਚਾਉਣ ਵਾਲਾ ਹੈ। ਅੱਜ ਪ੍ਰਭੂ ਤੇਰੀ ਹਜ਼ੂਰੀ ਵਿੱਚ ਝੁਕਾਉਂਦੇ ਹਾਂ ਆਪਣੇ ਆਪ ਨੂੰ, ਨਮਰ ਅਧੀਨ ਹਲੀਮ ਕਰਦੇ ਹਾਂ ਪ੍ਰਭੂ, ਔਰ ਸ਼ੂਨਿਆ ਕਰਦੇ ਹਾਂ ਪ੍ਰਭੂ, ਔਰ ਬੇਨਤੀ ਕਰਦੇ ਹਾਂ ਸਾਰੇ ਹਾਲਾਤਾਂ ਵਿੱਚ ਪ੍ਰਭੂ ਅਧੀਨ ਤੇ ਹਲੀਮ ਹੋ ਕੇ ਚੱਲ ਸਕੀਏ, ਨਮਰ ਹੋ ਕੇ ਚੱਲ ਸਕੀਏ, ਨੀਵੇਂ ਬਣ ਕੇ ਚੱਲ ਸਕੀਏ ਔਰ ਤੇਰੀ ਮਰਜ਼ੀ ਪੂਰੇ ਕਰਦੇ ਹੋਏ ਚੱਲ ਸਕੀਏ। ਹਰ ਪ੍ਰਕਾਰ ਦੇ ਘੁਮੰਡ ਨੂੰ ਛੱਡ ਕੇ ਚੱਲ ਸਕੀਏ, ਹਰ ਪ੍ਰਕਾਰ ਦੀ ਹਉਮੈ ਨੂੰ ਛੱਡ ਕੇ ਚੱਲ ਸਕੀਏ। ਔਰ ਪ੍ਰਭੂ ਮਨੁੱਖਾਂ ਨਾਲ ਲੜਨ ਵਾਲੇ ਨਹੀਂ, ਬਲਕਿ ਸ਼ੈਤਾਨ ਨਾਲ ਲੜਨ ਵਾਲੇ ਬਣੀਏ, ਔਰ ਖੁਦਾਵੰਦ ਪਾਪ ਨਾਲ ਲੜਨ ਵਾਲੇ ਬਣੀਏ। ਪਾਪ ਕਰਕੇ ਧੱਕੇ ਮੁੱਕੇ ਨਾ ਖਾਈਏ, ਬੇਇੱਜ਼ਤੀ ਨਾ ਕਰਾਈਏ, ਬਲਕਿ ਖੁਦਾਵੰਦ ਤੇਰੀ ਮਰਜ਼ੀ ਪੂਰੇ ਕਰਦੇ ਹੋਏ ਦੁੱਖ ਝੱਲੀਏ, ਤੇਰੇ 'ਚ ਵੱਧਦੇ ਜਾਈਏ ਔਰ ਤੇਰੀ ਪੂਰੀ ਡੀਲ ਤੇ ਉਸਰ ਚਾਹੀਏ। ਅਸੀਂ ਬਖਸ਼ਿਸ਼ ਕਰ ਖੁਦਾਵੰਦ, ਤੇਰੇ ਵਚਨਾਂ ਦੇ ਅਨੁਸਾਰ ਜੋ ਤੁਸੀਂ ਸਭ ਨਾਲ ਗੱਲਬਾਤ ਕੀਤੀ ਹੈ, ਸਭ ਤੇਰੇ ਵਚਨ ਦੇ ਅਨੁਸਾਰ ਹੋ ਜਾਣ। ਧੰਨਵਾਦ, 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 ਧੰਨਵਾਦ। ਅੱਜ ਤੋਂ ਬਾਅਦ ਜ਼ਿੰਦਗੀਆਂ 100% ਬਦਲ ਜਾਣ, ਸਹੀ ਵਿੱਚ ਬਦਲ ਜਾਣ। ਇਹ ਸਾਰੀਆਂ ਦੁਆਵਾਂ ਬੇਨਤੀਆਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਧੰਨਵਾਦ ਸਹਿਤ ਮੰਗਦੇ ਹਾਂ। ਆਮੀਨ, 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 ਆਮੀਨ। ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਖੁਦਾਵੰਦ ਦਾ ਜਲਾਲ ਸਦਾ ਤੁਹਾਡੇ ਨਾਲ ਬਣਿਆ ਰਹੇ। ਆਮੀਨ। ਜੈ ਮਸੀਹ।